बस चंद आयतें याद की हुई हैं। ईसा अलैहिस्सलाम फौत हो गए, ईसा अलैहिस्सलाम फौत हो गए। कहता मैं क्या गल सुन, इधर आ बेटा गल सुन, तू ਵੱਡਾ ਹੋ ਕੇ ਕੀ ਕਰਨਾ ਚਾਹੁੰਦਾ ਹੈ? ਕਹਿੰਦਾ ਮੈਨੂੰ ਕਹਿੰਦਾ ਮੈਂ ਤਬਲੀਗ ਕਰਨਾ ਚਾਹੁੰਦਾ। ਕਹਿੰਦਾ ਤੇ ਤਬਲੀਗ ਕਿਸ ਨੇ ਕਰੇਗਾ? ਕਹਿੰਦਾ ਇਹ ਵੇਖਿਓ ਬੱਚੇ ਦਾ ਜਵਾਬ। ਕਹਿੰਦਾ ਬੱਚਾ ਕਹਿੰਦਾ ਬਸ ਜਿਸ ਤਰ੍ਹਾਂ ਵੀ ਹੋਗਾ ਕਰਾਂਗੇ ਜਿਸ ਤਰ੍ਹਾਂ ਵੀ ਹੋਗਾ ਕਰਾਂਗੇ। ਕਹਿੰਦਾ ਮੈਂ ਕਿਹਾ ਇਹ ਜਿਹੜੀ ਗੱਲ ਤੂੰ ਆਖੀ ਏ ਇਹ ਪਤਾ ਹੀ ਕੀ ਲੱਗਦਾ ਇਹਦੇ ਤੋਂ ਮਾਲੂਮ ਹੁੰਦਾ ਹੈ ਇਹ ਖੰਜ਼ੀਰ ਦਾ ਕੰਮ ਹੀ। ਇਹਨੂੰ ਉਹਨਾਂ ਨੇ ਬਸ਼ੀਰੁद्दीन महमूद अहमद ने ਖੰਜ਼ੀਰ ਨਾਲ ਤਸ਼ਬੀਹ ਦਿੱਤੀ ਹੈ ਕਿ ਖੰਜ਼ੀਰ ਇਹ ਕੰਮ ਕਰਦਾ ਹੈ ਕਿ ਮੁਖਾਲਫ ਦੇ ਉੱਤੇ ਹਮਲਾ ਕਰ ਦਿੰਦਾ ਹੈ ਤੇ ਮੁਖਾਲਫ ਜਿਹੜਾ ਹੈ ਬੰਦਾ ਉਹ ਭਾਵੇਂ ਨੇਜ਼ਾ ਲੈ ਕੇ ਬੈਠਿਆ ਹੋਵੇ ਤੇ ਭਾਵੇਂ ਬੰਦੂਕ ਲੈ ਕੇ ਬੈਠਿਆ ਹੋਵੇ ਤੇ ਖੰਜ਼ੀਰ ਜਾਂਦਾ ਸਿੱਧਾ ਬੰਦੇ ਵਾਲਾ ਹਮਲਾ ਕਰਨ। ਇਹ ਨਹੀਂ ਤੱਕਦਾ ਵੀ ਉਹਦੇ ਹੱਥ 'ਚ ਨੇਜ਼ਾ ਏ, ਇਹ ਨਹੀਂ ਤੱਕਦਾ ਉਹਦੇ ਹੱਥ 'ਚ ਬੰਦੂਕ ਏ। ਕਹਿੰਦਾ ਇਹਨਾਂ ਬੱਚਿਆਂ ਸਾਡਿਆਂ ਦਾ ਉਹ ਹਿਸਾਬ ਏ ਕਿ ਇਹ ਕਹਿੰਦੇ ਨੇ ਅਸੀਂ ਤਬਲੀਗ ਕਰਾਂਗੇ। ਕਿਸ ਤਰ੍ਹਾਂ ਕਰੋਗੇ? ਭਾਈ ਜਿਸ ਤਰ੍ਹਾਂ ਵੀ ਹੋਗਾ ਕਰਾਂਗੇ। ਕਹਿੰਦਾ ਇਹ ਤੇ ਖੰਜ਼ੀਰਾਂ ਵਾਲਾ ਕੰਮ ਹੈ। ਸੋ ਇਹ ਜਿਹੜੇ ਵਿਚਾਰੇ ਲੱਗੇ ਫਿਰਦੇ ਨੇ ਇਹਨਾਂ ਨੂੰ ਇਹਨਾਂ ਦਾ ਖਲੀਫਾ ਕਹਿ ਗਿਆ ਕਿ ਇਹ ਖੰਜ਼ੀਰ ਨੇ, ਤੁਸੀਂ ਇਹਨਾਂ ਦਾ ਗੁੱਸਾ ਨਹੀਂ ਕਰਨਾ। ਇਹ ਇੰਜ ਹੀ ਹਮਲਾ ਕਰਦੇ ਨੇ ਆ ਕੇ। ਬਸ ਇੱਕੋ ਹੀ ਗੱਲ, ਜਿੱਧਰ ਜਾਓਗੇ ਜਿਹੜੀ ਬਰਾੜ ਤੇ ਜਾਓਗੇ आओ हमारे साथ बात कर लो, ईसा अलैहिस्सलाम फौत हो गए कि नहीं फौत हो गए, यही गल सारा दिन करते रहते। ਉਹ ਭਾਈ ਉਹ ਜਿਹੜਾ ਭਾਈਆ ਆਇਆ ਉਹਨੂੰ ਪੇਸ਼ ਕਰੋ। ਜੇ ਉਹ ਵੱਲ ਹੋਇਆ ਨਾ ਤੇ ਈਸਾ अलैहिस्सलाम ਨੂੰ ਲੋਕੀ ਫੌਤਸ਼ੁਦਾ ਮੰਨ ਲੈਣ ਦੇ। ਲੋਕਾਂ ਨੇ 360 ਬੁੱਤ ਰੱਖੇ ਸੀ ਖਾਨਾ ਕਾਬਾ ਦੇ ਵਿੱਚ। ਜਦੋਂ ਲੋਕਾਂ ਨੇ ਵੇਖਿਆ ਵੀ ਗੱਲ ਕਰਨ ਵਾਲਾ ਬੰਦਾ ਸੱਚਾ ਹੈ, ਲੋਕਾਂ ਚੁੱਕ ਕੇ ਬਾਹਰ ਮਾਰੇ ਬੁੱਤ। ਉਹ ਬੁੱਤ 360 ਭੰਨ ਛੜੇ। ਜਦੋਂ ਬੰਦਾ ਸੱਚਾ ਸਾਬਤ ਹੋ ਜਾਏ ਨਾ ਤੇ ਵਫਾਤੇ ਮਸੀਹ ਸਾਬਤ ਕਰਨਾ ਜਾਂ ਅਜਰਾਏ ਨਬੂਵਤ ਸਾਬਤ ਕਰਨਾ ਇਹ ਕਿੱਡਾ ਕੁ ਵੱਡਾ ਕੰਮ ਰਹਿ ਜਾਂਦਾ ਪਿੱਛੇ। ਅਸਲ ਚੀਜ਼ ਹੈ ਵੇ ਕਿ ਜੇ ਤੁਹਾਡੇ 'ਚ ਹਿੰਮਤ ਹੈ ਤੇ ਤੁਸੀਂ ਉਹਨੂੰ ਪੇਸ਼ ਕਰੋ ਲੋਕਾਂ ਦੇ ਅੱਗੇ। ਇਹ ਅਕੀਦਾ ਲੋਕੀ ਬਦਲ ਲੈਣਗੇ। ਜਿਹੜਾ ਖਤਮੇ ਨਬੂਵਤ ਦਾ ਅਕੀਦਾ ਰੱਖਦਾ ਉਹ ਅਜਰਾਏ ਨਬੂਵਤ ਦਾ ਕਰ ਲੇਗਾ। ਜਿਹੜਾ ਹਯਾਤ ਮਸੀਹ ਦਾ ਅਕੀਦਾ ਰੱਖਦਾ ਉਹ ਵਫਾਤ ਮਸੀਹ ਮੰਨ ਲੇਗਾ। ਕਿਉਂ? ਜਿਹੜਾ ਬੰਦਾ ਹੀ ਸੱਚਾ ਹੈ ਉਹਦੀ ਤਲੀਮ ਵੀ ਸੱਚੀ ਹੋਏਗੀ। ਜੇ ਬੰਦਾ ਹੀ ਸੱਚਾ ਨਹੀਂ ਤਾਂ ਉਹਦੀ ਤਲੀਮ ਵੀ ਝੂਠੀ ਹੈ। ਮੌਲਾਨਾ ਸਨਾਉਲਾ ਅੰਮ੍ਰਿਤਸਰੀ ਦਾ ਮੁਨਾਜ਼ਰਾ ਹੋਣ ਲੱਗਾ ਆਰੀਆਂ ਨਾਲ ਉੱਥੇ ਹਿੰਦੁਸਤਾਨ ਵਿੱਚ। ਸ਼ਾਨ ਸਾਹਿਬ ਸੁਣਦੇ ਪਏ ਕੋਨੀ? ਮੌਜੂ ਇਹ ਸੀ, ਮੁਨਾਜ਼ਰਾ ਇਹ ਸੀ ਬਈ ਕੁਰਾਨ ਅੱਲਾ ਦੀ ਤਰਫੋਂ ਆਉਣ ਵਾਲੀ ਕਿਤਾਬ ਹੈ, ਕਲਾਮੇ ਇਲਾਹੀ ਹੈ ਜਾਂ ਵੇਦ? ਉਹਨਾਂ ਦੀ ਕਿਤਾਬ ਦਾ ਨਾਮ ਵੇਦ। ਵੇਦ ਕਲਾਮੇ ਇਲਾਹੀ ਹੈ ਜਾਂ ਕੁਰਾਨ ਕਲਾਮੇ ਇਲਾਹੀ ਹੈ? ਇਸ ਮੌਜੂ ਤੇ ਮੁਨਾਜ਼ਰਾ ਹੋਣਾ ਸੀ। ਮੌਲਾਨਾ ਸਨਾਉਲਾ ਅੰਮ੍ਰਿਤਸਰੀ ਨੇ ਆਖਿਆ ਵੀ ਗੱਲ ਸੁਣੋ, ਜਿੰਨੇ ਤੁਹਾਨੂੰ ਵੇਦ ਲਿਆ ਕੇ ਦਿੱਤਾ ਹੈ ਨਾ, ਤੁਸੀਂ ਉਹ ਬੰਦਾ ਮੇਰੇ ਸਾਹਮਣੇ ਪੇਸ਼ ਕਰੋ, ਉਹਦੀ ਸੀਰਤ, ਉਹਦਾ ਕਿਰਦਾਰ, ਉਹਦੀ ਬਾਇਓਗ੍ਰਾਫੀ। ਮੈਂ ਉਹ ਪੇਸ਼ ਕਰਨਾ ਜਿਹਨੇ ਕੁਰਾਨ ਲਿਆ ਕੇ ਸਾਨੂੰ ਦਿੱਤਾ। ਜੇ ਲਿਆਵਣ ਵਾਲਾ ਸੱਚਾ ਤਾਂ ਕਲਾਮ ਸੱਚਾ, ਕਲਾਮ ਇਲਾਹੀ ਹੈ। ਅਸੀਂ ਫਰਿਸ਼ਤੇ ਨੂੰ ਦੇਖ ਤੇ ਨਹੀਂ ਸਕਦੇ, ਨਾ ਕਿਸੇ ਉਦੋਂ ਵੇਖਿਆ ਨਾ ਅੱਜ ਕੋਈ ਵੇਖ ਸਕਦਾ। ਫਰਿਸ਼ਤਾ ਤੇ ਨੂਰੀ ਹੈ। ਕਲਾਮ ਲਿਆਵਣ ਵਾਲਾ ਉਹਨੂੰ ਤੇ ਅਸੀਂ ਵੇਖ ਨਹੀਂ ਸਕਦੇ। ਜਿਹੜਾ ਬੰਦਾ ਜਿਹਨੇ ਤੁਹਾਨੂੰ ਕਲਾਮ ਪੇਸ਼ ਕੀਤਾ ਹੈ ਕਿ ਇਹ ਕਲਾਮੇ ਇਲਾਹੀ ਹੈ, ਅੱਲਾ ਦੀ ਤਰਫੋਂ ਕਲਾਮ, ਜੇ ਉਹ ਸੱਚਾ ਹੈ ਤਾਂ ਉਹਦੀ ਤਲੀਮ ਵੀ ਸੱਚੀ ਹੈ। ਫਿਰ ਉਹਦੀ ਗੱਲ ਵੀ ਸੱਚੀ ਹੈ ਕਿ ਇਹ ਅੱਲਾਹ ਤਾਲਾ ਦੀ ਤਰਫੋਂ ਕਲਾਮ ਹੈ। ਤੇ ਜੇ ਉਹ ਬੰਦਾ ਨਾ ਸੱਚਾ ਹੋਇਆ ਤੇ ਫਿਰ ਕਲਾਮ ਵੀ ਸੱਚਾ ਮੰਨਣ ਦੀ ਲੋੜ ਨਹੀਂ। ਹਮੇਸ਼ਾ ਇਹਦੇ ਤੇ ਲੋਕੀ ਗੱਲਾਂ ਕਰਦੇ ਆਏ ਨੇ। ਇਹ ਕਹਿੰਦੇ ਨੇ ਮਿਰਜ਼ਾ ਸਾਹਿਬ ਕੋ ਛੋੜੋ, ਮਿਰਜ਼ਾ ਸਾਹਿਬ ਕੋ ਛੋੜੋ। ਤੁਸੀਂ ਗੱਲ ਕਰੋ ਕਾਹਦੇ ਤੇ? ਤੁਸੀਂ ਜਾਂ ਤਾਂ ਵਫਾਤ ਮਸੀਹ ਤੇ ਸਾਡੇ ਨਾਲ ਗੱਲ ਕਰੋ। ਹਾਂ, ਦੋ ਆਇਤਾਂ ਰੱਟੀਆਂ ਨੇ, तवफ़ा फाइल हो, अल्लाह फाइल हो। हैं जी जी, असल में जो ना उसका भी जवाब है। जो जब वो करें ना हज़रत ईसा अलैहिस्सलाम पर बात, तो उनसे यही सवाल करें कि बताएं जिसको ईसाइयों ने जिस आदत को सूली पे चढ़ाया वो कौन था, ये बता दें। अगर ये बता देंगे सारे सवाल हल हो जाएंगे, खुद ही मान जाएंगे कि ये। फिर उधर से मौजू फ़ौरन चेंज कर लेंगे, ये अभी उधर चलते हैं। तो बात यह है कि जब भी हम सब भाइयों से मैं अपील करता हूँ कि जब भी वो जाएं, गाली देने के बजाय ये कहें कि मिर्ज़ा पे क्या नाज़िल हुआ और मिर्ज़ा का मकसद क्या है। वो अगर बता देंगे तो हम मान लेंगे। फिर वो देखें कहानी कहाँ से शुरू करके फिर वहीं पे ले जाएंगे हज़रत ईसा अलैहिस्सलाम पर। तो इनके गाली देने के बजाय ये इनके लिए सबसे बड़ी गाली है कि मिर्ज़ा पे नाज़िल क्या हुआ। बस देर दिनों थले एक मिर्ज़ाई साहब गालां पे कटदे ने ते मैं कहन लग्या सा कि जिहड़ा रसूल अल्लाह मरज़इयां ने पेश करना है ना, ये किसी ने कोई नहीं जे मनना है। मैं तुहानूं दस दियां, जे इस तरीके नाल रसूल अल्लाह पुत्रो तुसां पेश करना है ना क्रिश्चियनां नूं, उन्हां कोई नहीं जे मनना। ऐ मैं तुहानूं दस दियां। ये थले हुण मैनूं पे गालां कड्डण दे कह रहे कि अज तक जोसफ ने किसी दे सामने आमने सामने कोई मुनाजरा नहीं किया। और तुहाडा मरज़ई इत्थे टिकटाक ते आने वास्ते कोई तैयार नहीं है। आमने सामने इन्हां दे ते मूतर निकल जाने ने मिर्जे का देनी अंदरों।
थल्ले लिखा है जोसेफ का शायद पता नहीं मूत्र लिखना चाह रहे, मुकद्दर लिख छड़िया सु। ਇੱਕ ਮਿੰਟ ਲੈ ਆਓ ਦੀ ਆਫਰ ਨਾ ਕਰੋ ਅੰਸਾਰੀ ਸਾਹਿਬ, ਇਹਨੂੰ ਆਖੋ ਸਾਨੂੰ ਲੈ ਜਾਓ, ਸਾਨੂੰ ਆਪਣੇ ਘਰ ਲੈ ਜਾਓ, ਤੁਸੀਂ ਬੂਹਾ ਲਾਓ। ਮੈਂ 2 ਵਾਰੀ ਸਵੇਰੇ ਗਿਆ ਤੇ ਮੈਨੂੰ ਬਲਾਕ ਕਰਤਾ ਉਹ ਖਾਨ ਦੀ ਬਰਾੜ ਤੋਂ। ਉਹਨੂੰ ਆਖੋ ਵੀ ਦੱਸੋ ਕਿਹੜੀ ਬਰਾੜ ਤੇ ਦਾਨੀ ਸਾਹਿਬ ਆ, ਕੱਲ ਸਵੇਰ ਕਿਹੜੀ ਬਰਾੜ ਤੇ ਗੱਲ ਕਰਾਉਣਾ ਚਾਹੁੰਦੇ ਹੋ? ਆਦਾ ਕੋਈ ਮਰਜ਼ਈ ਇੱਕ ਤੇ ਉਹ ਉੱਥੇ ਬਕਵਾਸ ਪੈ ਲੱਗਿਆ ਸੀ ਬਾਈਬਲ ਦੇ ਉੱਤੇ ਕਰਨ। ਮੈਂ ਗਿਆ ਵਾਂ ਤੇ ਮੈਨੂੰ 5 ਮਿੰਟ ਨਹੀਂ ਨੇ ਗੱਲ ਕਰਨ ਦਿੱਤੀ, 3-4 ਦਫਾ ਮਾਈਕ ਮਿਊਟ ਕੀਤਾ ਤੇ ਉਸ ਤੋਂ ਬਾਅਦ ਥੱਲੇ ਲਾਤਾ। ਉਹ ਤੁਹਾਡੇ ਲੋਕਾਂ ਦੇ ਮੂਤਾਂ ਨਿਕਲ ਜਾਂਦੇ ਨੇ ਜੋਸਫ ਨੂੰ ਇੱਥੇ ਵੇਖ ਕੇ ਟਿਕਟਾਕ ਤੇ ਤੁਸੀਂ ਆ ਕੇ ਰੂਬਰੂ ਕੀ ਵੇਚਣਾ ਹੈ? ਇਹਦੀ ਕੋਈ ਵੀਡੀਓ ਕੋਈ ਨਹੀਂ ਲਿਖਣ ਲੱਗੀ ਦਾਨੀ ਸਿਸਟਰ ਕੀ ਲਿਖਣ ਲੱਗੀ? ਦਾਤ ਮਸਜਿਦ ਆ ਜੋ ਕਹਿੰਦੇ ਰਹੇ ਨੇ ਆ ਜਰਾ ਸਾਹਮਣੇ ਆ ਮਿਰਜ਼ਾ ਰੂਬਰੂ ਮੁਨਾਜ਼ਰਾ ਕਰਤੇ। ਮਿਰਜ਼ਾ ਸਾਹਿਬ ਆਂਦੇ ਹਨ ਮੁਝੇ ਦਿਨ में 100 दफा पेशाब पखाना आता है। जोसेफ ने कितने किया है कि मैनू 100 दफा पेशाब या पखाना आंदा है। दार मस्टर्ड कौन है? दार मस्टर्ड में शहर का नाम है जर्मनी का जी। देखे ना हमारे प्यारे नबी सल्लल्लाहु अलैहि वसल्लम पर जब ये कुरान पाक नाजिल हुआ तो उन्होंने हमें सब कुछ बताया ना, हमें तालीम दी, हमने उधर से कीदा लिया। 1400 साल जो है मुसलमान तो यही यकीन रखते हैं जब से मिर्ज़ा आया तो हम अपना कीदा चेंज कर लें, या आपके जो बावजूदात हैं वो तो फिर ये कीदा रखते, यही कीदा रखते थे जो हम रखते हैं। तो फिर वो तो आपके बावजूदात जो थे वो तो गुमराह मार गए, फिर उनके लिए क्या करेंगे? वो दोज़ख में है या क्या? पहले उनको बख्शवा लें फिर हमारे लिए मेहनत करें। पहले तो उनको कहीं उठा के ज़िंदा करें फिर उनको जो है जन्नत में लेके जाएं फिर, अगर ऐसी बात है तो। ये झूठे हैं, इनका किसी तरीके से भी ये कीदा साबित नहीं होता, क्योंकि हमारे नबी ने ये बता दिया। ये तो हो नहीं सकता कि हमारे नबी ने हमारे जो है वो ये बताया ना हज़रत ईसा अलैहिस्सलाम के बारे में, उन्होंने बताया तो हमने ये अकीदा रखा। तो अल्लाह का जी, तो उन्होंने तो ਉਹ ਕਹਿ ਰਿਹਾ ਹੈ ਜ਼ਰਾ ਸਾਹਮਣੇ ਆਓ, ਰੂਬਰੂ ਆਓ। ਇਹ ਐਡਾ ਮਤਲਬ ਮੈਂ ਕਹਿੰਦਾ ਕੋਈ ਕੜਮ ਚੌਧਰੀ ਹੈ ਤੇ ਕਹਿੰਦੇ ਮੈਂ ਰੂਬਰੂ ਸਾਹਮਣੇ ਆਣਾ ਹੈ। ਇਹ ਦੱਸੋ ਜ਼ਰਾ ਜੱਜਾ ਮਨਾਜ਼ਰਾ ਕਰਕੇ ਫਿਕਸ ਕਰਕੇ ਤੁਹਾਡੇ ਨਾਲ ਐ ਜੀ ਜੋਸਫ ਦੇ ਨਾਲ ਮੈਂ ਮਨਾਜ਼ਰਾ ਕਰਾਂਗਾ ਤੇ ਦੌੜਿਆ ਕਿ ਨਹੀਂ ਦੌੜਿਆ ਸੀ? ਜੱਜਾ ਮਨਾਜ਼ਰੇ ਤੋਂ ਦੌੜਿਆ। ਇੱਥੇ ਕਿੰਨੇ ਮੁਸਲਮਾਨ ਬੈਠੇ ਨੇ ਜਿਨ੍ਹਾਂ ਦੇ ਸਾਹਮਣੇ ਜੱਜੇ ਨੇ ਟਾਈਮ ਫਿਕਸ ਕੀਤਾ। ਉਹ ਇਹਨਾਂ ਨੂੰ ਕਹਿ ਵੀਡੀਓ ਤੇ ਵੀ ਨਾ ਆਓ, ਤੁਸੀਂ ਆ ਜਾਓ ਉਂਝ ਹੀ ਆ ਜਾਓ, ਕੈਮਰਾ ਬੰਦ ਕਰਕੇ ਮਨਾਜ਼ਰਾ ਕਰੋ। ਉਹ ਜੱਜੇ ਨੇ ਵੀਡੀਓ ਤੇ ਕੀ ਆਣਾ ਹੈ? ਉਹ ਰੂਬਰੂ ਆਉਣ ਦੀ ਤੇ ਗੱਲ ਦੂਜੀ ਏ। ਉਹ ਉਂਝ ਮਨਾਜ਼ਰਾ ਕਰਕੇ ਤੇ ਫਿਕਸ ਤੇ ਆਇਆ ਕੋਈ ਨਹੀਂ ਹੈ, ਦੌੜ ਗਿਆ ਸੀ। ਇਹਨਾਂ ਦਾ ਇਮਰਾਨ ਖਾਨ ਨੂੰ ਜਿਹੜਾ ਉੱਥੇ ਸਾਡੇ ਨਾਲ YouTube ਤੇ ਮਨਾਜ਼ਰਾ ਫਿਕਸ ਕਰਕੇ ਦੌੜਿਆ। ਉਸ ਤੋਂ ਬਾਅਦ ਇੱਕ ਹੋਰ ਕੋਈ ਮਰਜ਼ਈ ਸੀ ਯਾਰ, ਉਹਦਾ ਨਾਮ ਪਤਾ ਨਹੀਂ ਮੈਨੂੰ ਯਾਦ ਨਹੀਂ ਹੈ, ਉਹ ਮਨਾਜ਼ਰਾ ਕਰਕੇ ਦੌੜਿਆ। ਸ਼ਾਇਦ ਕੋਈ ਅਲੀ ਨਾਂ ਦਾ ਕੋਈ ਮਰਜ਼ਈ ਸੀ ਇੰਜ ਕਰਕੇ। ਦੱਸੋ ਆਮਿਰ ਭਾਈ ਇਹ ਮਨਾਜ਼ਰਾ ਕਰਕੇ ਦੌੜਿਆ ਕਿ ਨਹੀਂ ਦੌੜਿਆ? ਜੱਜਾ ਦੌੜੇ ਨੇ ਮੈਂ ਖੁਦ ਗਵਾਹ ਆ। ਉੱਥੇ WhatsApp ਤੇ ਦੋਵੇਂ ਮੀਰ ਲਤੀਫ ਤੇ ਖਾਲਦ ਨਹੀਂ ਇੱਥੇ ਟਿਕਟੌਕ ਤੇ ਜੱਜਾ ਦੌੜਿਆ ਤਾਂ ਜਦੋਂ ਇਹਨੇ ਕਿਹਾ ਸੀ ਮੈਂ ਜੱਜਾ ਮੰਜੀ ਥੱਲੇ ਵੜ ਗਿਆ ਸੀ। ਜੱਜਾ ਥੱਲਿਓ ਝਾਤੀਆਂ ਮਾਰਦਾ ਸੀ ਮੰਜੀ ਦੇ ਥੱਲੇ। ਬੜੇ ਬੁਜ਼ਦਿਲ ਨੇ, ਇਹ ਗੱਲ ਕਰਨ ਜੋਗੇ ਹੀ ਨਹੀਂ ਹੈ, ਐਵੇਂ ਲੱਗੇ ਨੇ ਬਸ ਆਪਣੀਆਂ ਬਰਾਡਾਂ ਦੇ ਉੱਤੇ ਬਹਿ ਕੇ। ਸਾਡੇ ਵੀ ਚੱਲੇ ਜੇ ਮੁਸਲਮਾਨ ਲੱਗੇ ਜਾਂਦੇ ਨੇ ਤੇ ਕਹਿੰਦੇ ਨੇ ਗੱਲ ਦਾ ਪਤਾ ਕੋਈ ਨਹੀਂ। ਜਿਸ ਤਰ੍ਹਾਂ 4 ਘੰਟੇ ਦਾ ਸਵੇਰੇ ਮਨਾਜ਼ਰਾ ਹੋਣ ਲੱਗਿਆ ਕਸੂਫੋ ਤੇ ਇੱਥੇ ਰਵਾਜ ਸਾਰੀ ਗੱਲ ਹੈ। ਜਿਹੜੀ ਉਹ ਗੱਲ ਕਰਦਾ ਉਹਨੂੰ ਆਖੋ ਤੇਰਾ ਅਸੂਲ ਮੈਨੂੰ ਮਨਜ਼ੂਰ ਹੈ, 2 ਮਿੰਟ ਦੀ ਗੱਲ ਹੈ, ਇਸ ਅਸੂਲ ਤੇ ਖੜਾ ਹੋ ਜਾ। ਉਹਦੇ ਮੂੰਹ ਦੇ ਅੱਗੇ ਮਾਰੋ ਪੇਸ਼ਗੋਈ ਜਿਹੜੀ ਡਾਕਟਰ ਅਬਦੁਲ ਹਕੀਮ ਪਟਿਆਲਵੀ ਨੇ ਕੀਤੀ ਹੈ, ਪੂਰੀ ਹੋ ਗਈ। ਆਖੋ ਖੁਦਾ ਦੀ ਤਰਫੋਂ ਹੈ, ਇਨਸਾਨ ਬਣੋ। ਵੇਖੋ ਚੀਕਾਂ ਇਹਨਾਂ ਦੀਆਂ। 4 ਘੰਟੇ ਦਾ ਮਨਾਜ਼ਰਾ ਹੋਣ ਲੱਗਿਆ। ਠੀਕ ਹੈ, ਉਹ ਬਾਜਵਾ ਸਾਹਿਬ ਦਲਾਇਲ ਪੇ ਦਿੰਦੇ ਨੇ ਸਾਡੇ ਮੁਸਲਮਾਨ ਰੌਣਕ ਲਾਈ ਨੇ, ਬਾਕੀ ਇਹਨਾਂ ਦੇ ਪੱਲੇ ਕੱਖ ਨਹੀਂ ਹੈ। ਇਹਨਾਂ ਨੇ ਉਹੀ ਗੱਲ ਬਸ਼ੀਰੁੱਦੀਨ ਮਹਿਮੂਦ ਅਹਿਮਦ ਵਾਲੀ ਕੱਟੀਆਂ ਨੇ 2 ਐਤਾਂ ਵਫਾਤੇ ਮਸੀਹ ਦੀਆਂ ਤੇ ਆਖਣਗੇ ਕਿ ਅਸੀਂ ਵਫਾਤੇ ਮਸੀਹ ਦਾ ਮਨਾਜ਼ਰਾ ਕਰਨਾ। ਕਿਸ ਤਰ੍ਹਾਂ ਕਰਨਾ? ਬਸ ਜੈਸੇ ਵੀ ਹੋਗਾ ਕਰਾਂਗੇ तो ਇਹ ਸੂਰ ਹਾਰ ਪੈ ਜਾਣਾ ਅਗਲੇ ਬੰਦੇ ਨੂੰ। ਇਹਨੇ ਜੋ ਪੁੱਤਰ ਨੇ ਚਾਹ ਦੀ ਪਿਆਲੀ ਤੂਫਾਨ ਆਇਆ, ਇੰਜ ਪਤਾ ਲੱਗਦਾ ਪੂਰੀ ਦੁਨੀਆ ਦੇ ਉੱਤੇ ਮਰਦਾ ਚਾਹ। ਆਪ ਲੀਗ ਜਦੋਂ ਇਲੈਕਸ਼ਨ ਹਾਰ ਗਈ ਨਾ, ਦੂਸਰਾ ਜਿਹੜਾ ਇੱਕ ਨੰਬਰ ਉਹਨਾਂ ਨੇ ਪੂਰਾ ਕੀਤਾ ਤੇ ਉਹ ਆਪਣਾ ਚੋਰੀ ਸ਼ੁਜਾਤ ਨੂੰ ਪੁੱਛਿਆ ਉਹਨੇ ਤੇ चौधरी साहब ਤੁਹਾਨੂੰ आपको क्या लगता है कि ये इलेक्शन जो इतने बुरे तरीके से आप लोग आ रहे हैं, बुरे तो नहीं, उन्हें क्या मतलब है इतनी जो है वाज़े तौर पर आपकी शिकस्त हुई है, इसकी क्या वजह? उन्हें क्या गल ये कि वो मुशर्रफ साहब बैठे सन तो उन्होंने पूछा की कहना, उन्होंने क्या चल तू भी संभाल इलेक्शन, तू भी संभाल इन्ने बड़े बंदे लाते उन्हें संभालना आस तो संभालिया किसी ने भी नहीं। जो किसी ने गौर ही नहीं किया, अपनी मर्जी ना करते तो हरना ही सी। ਹੁਣ ਜਿਸ ਤਰ੍ਹਾਂ ਦੇ ਮਿਰਜ਼ਾ ਸਾਹਿਬ ਨੇ ਲਿਖਿਆ, ਅੱਗੋਂ ਦੀ ਮੁੰਡੇ ਨੇ ਵੀ ਲਿਖ ਦਿੱਤਾ, ਅੱਗੋਂ ਦੀ ਉਹਦੇ ਮੁੰਡੇ ਨੇ ਵੀ ਲਿਖ ਦਿੱਤਾ, ਅੱਗੋਂ ਉਹਦੇ ਖਲੀਫੇ ਨੇ ਵੀ ਜਿਹੜੇ ਕਾਇਦ ਨਜ਼ਰੀਆ ਲਿਖ ਦਿੱਤੇ ਨੇ, ਤੇ ਸੰਭਾਲਣਾ ਕਿੰਨੇ ਵੇ? ਤੇ ਇਹੀ ਹਿਸਾਬ ਹੋਣਾ ਜਿਹੜਾ ਉਹ ਕਮਾਲਾਤ ਕਰਦਾ ਪਿਆ। ਹੁਣ ਕਮਾਲਾਤ ਜਿਹੜੀ ਗੱਲ ਨੂੰ ਲੈ ਕੇ ਬੈਠਾ ਹੈ ਕਿ ਜਿਹੜਾ ਅਸੂਲ ਉਹ ਬਿਆਨ ਕਰ ਰਿਹਾ, ਉਹਨੇ ਇਹ ਨਹੀਂ ਪਤਾ ਲੱਗਿਆ ਇਹਨੂੰ ਕਿਸੇ ਹੋਰ ਨੇ ਵੀ ਸੰਭਾਲਣ ਵਾਸਤੇ ਕਿਹਾ, ਉਹਨੇ ਕੋਈ ਹੋਰ ਹੀ ਅਸੂਲ ਬਿਆਨ ਕੀਤਾ ਜਿਹਦੇ ਤੇ ਉਹਨੇ ਐਸੇ ਨੂੰ ਡਿਨਾਈ ਕੀਤਾ। ਹੁਣ ਉਹ ਤੁਸੀਂ ਜਦੋਂ ਉਤਰ ਗਏ ਹੋ ਨਾ ਸੈਣੀ ਸਾਹਿਬ ਦੀ ਬਰਾੜ ਤੋਂ ਅੱਜ ਸਵੇਰ, ਅੱਛਾ
ਤੇ ਮੁੜ ਕੇ ਨਾ ਉੱਥੇ ਮੈਚ ਪੈ ਗਿਆ ਉਹਦਾ ਕੀ ਉਹਨੂੰ ਕਹਿੰਦੇ ਨੇ ਟੋਨੀ ਦਾ ਤੇ ਸਿੱਧੂ ਦਾ। ਹੁਣ ਸੌਰੀ ਉਸ ਤੋਂ ਪਹਿਲੇ ਉਹਦਾ ਮੈਚ ਪਿਆ ਦਾ ਕੀ ਉਹਨੇ ਲਾਈਨ ਆਰਟ ਦੀ ਚੌਹਾਨ ਸਾਹਿਬ ਦਾ ਸ਼ੁਰੂ ਹੋਇਆ ਸੀ ਨਾ ਉਹਦੇ ਨਾਲ। ਚੌਹਾਨ ਸਾਹਿਬ ਤੇ ਉਹਨਾਂ ਦਾ ਹੋਇਆ ਨਾ, ਉਹ ਦੋਵੇਂ ਇੱਕ ਦੂਸਰੇ ਨੂੰ ਝੂਠਾ ਕਰਦੇ ਰਹੇ। ਅੱਛਾ ਉਹ ਉਹਨਾਂ ਦਾ ਸਪੈਲ ਖਤਮ ਹੋਇਆ ਤੇ ਦੂਸਰਾ ਸਪੈਲ ਸ਼ੁਰੂ ਹੋਇਆ ਦਾ ਟੋਨੀ ਦਾ ਤੇ ਸਿੱਧੂ ਦਾ। ਹੁਣ ਉਹ ਟੋਨੀ ਸਾਬਤ ਕਰ ਰਿਹਾ ਕਿ ਮਿਰਜ਼ਾ ਸਾਹਿਬ ਦਾ ਦਾਵਾ ਨਬੂਵਤ ਨਹੀਂ ਹੈ, ਮਿਰਜ਼ਾ ਸਾਹਿਬ ਦੀ ਕਿਤਾਬ ਪੜ੍ਹ ਕੇ ਸੁਣਾ ਰਿਹਾ। ਉਧਰੋਂ ਦੀ ਸਿੱਧੂ ਇਹ ਸਾਬਤ ਕਰ ਰਿਹਾ ਮਿਰਜ਼ਾ ਸਾਹਿਬ ਦਾ ਦਾਵਾ ਹੈ ਤੇ ਮਿਰਜ਼ਾ ਸਾਹਿਬ ਦੀ ਕਿਤਾਬ ਪੜ੍ਹ ਕੇ ਉਹ ਵੀ ਸੁਣਾ ਰਿਹਾ। ਉਹ ਵੀ ਇਬਾਰਤ ਪੇਸ਼ ਕਰੇ ਉਹਨੇ ਕਿਹਾ ਮਿਰਜ਼ਾ ਸਾਹਿਬ ਤੇ ਇੰਜ ਕਹਿੰਦੇ ਨੇ, ਉਹ ਕਹਿੰਦਾ ਨਹੀਂ ਮਿਰਜ਼ਾ ਸਾਹਿਬ ਇੰਜ ਕਹਿੰਦੇ ਨੇ। ਉਹ ਦੋਵੇਂ ਕਾਫੀ ਦੇਰ ਭਿੜਦੇ ਰਹੇ ਨੇ। ਅਖੀਰ ਉਹੀ ਹੋਇਆ। ਮੈਂ ਕਿਹਾ ਇਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਜਿਸ ਬੰਦੇ ਨੇ ਵੀ ਜਿੱਤਣਾ ਹੈ ਨਾ ਤਾਂ ਝੂਠਾ ਮਿਰਜ਼ਾ ਸਾਹਿਬ ਨੇ ਸਾਬਤ ਹੋਣਾ ਦੋਵਾਂ ਦੀ ਤਕਰੀਰ ਤੋਂ ਬਾਅਦ। ਹੁਣ ਜਿਨ੍ਹਾਂ ਲੋਕਾਂ ਨੇ ਇਹਨਾਂ ਮਿਰਜ਼ਈਆਂ ਨੇ ਮਿਰਜ਼ਾ ਸਾਹਿਬ ਦੀ ਕਿਤਾਬਾਂ ਪੜ੍ਹ ਕੇ ਉਹਨਾਂ ਨੂੰ ਮਸੀਹ ਮੌਦ, ਜ਼ਿੱਲੀ ਬਰੂਜ਼ੀ ਤੇ ਗੈਰ ਸ਼ਰੀਕ ਗੈਰ ਤਸ਼ਰੀਕ ਗੈਰ ਜ਼ਰੂਰੀ ਕਿਸਮ ਦਾ ਨਬੀ ਮੰਨ ਲਿੱਤਾ ਹੈ, तो ਉਹੀ ਕਿਤਾਬਾਂ ਪੜ੍ਹ ਕੇ ਜਦੋਂ ਮੁਸਲਮਾਨ ਕਹਿੰਦੇ ਨੇ ਕਿ ਮਿਰਜ਼ਾ ਸਾਹਿਬ ਝੂਠੇ ਨੇ ਇੱਥੇ, ਤੇ ਜੇ ਮਿਰਜ਼ਈ ਕੋਈ ਕਿਤਾਬ ਪੜ੍ਹ ਕੇ ਸੁਣਾਵੇ ਨਾ ਉਹ ਫਿਰ ਇੰਜ ਹੋਇਆ ਵੀ ਅੱਜ। ਉਹ ਆਪਣਾ ਤਾਹਿਰ ਅਮਜਦ ਨੇ ਇਬਾਰਤ ਪੜ੍ਹੀ ਤੇ ਪਿੱਛੋਂ ਇੱਕ ਵਿੱਚ ਬੋਲ ਪਿਆ, ਕਹਿੰਦਾ ਤੂੰ ਤੇ ਜਦੋਂ ਮੰਨਦਾ ਹੀ ਨਹੀਂ ਮਿਰਜ਼ਾ ਸਾਹਿਬ ਨੂੰ, ਤੂੰ ਕਾਹਨੂੰ ਨਾ ਮਿਰਜ਼ਾ ਸਾਹਿਬ ਦੀ ਇਬਾਰਤ ਪੇਸ਼ ਕਰਨ ਵਾਲਾ, ਤੂੰ ਜਦੋਂ ਮੰਨਦਾ ਹੀ ਨਹੀਂ। ਉਹ ਟੋਨੀ ਨੂੰ ਕਵੇ ਤੇ ਸੈਣੀ ਸਾਹਿਬ ਨੂੰ ਪੁੱਛਣ ਕਿ ਇਹ ਤੁਸੀਂ ਕੀ ਗੱਲ ਕਰ ਦਿੱਤੀ ਉਹਨਾਂ ਦੇ ਬਾਰੇ। ਕੌਣ ਕਵੇ ਟੋਨੀ ਨੂੰ? ਇਦਰੀਸ ਦੀ ਆਈਡੀ ਹੈ ਉਹ, ਡਾਕਟਰ ਇਦਰੀਸ ਦਾ ਪਤਾ ਨਹੀਂ। ਆਹੋ ਇਦਰੀਸ ਅਗਲੇ ਦਿਨ ਆਇਆ ਸੀ ਇੱਥੇ ਸਾਡੇ ਕੋਲ ਵੀ। ਕੀ ਕਵੇ ਉਹਨੂੰ? ਟੋਨੀ ਨੂੰ ਕਵੇ ਤੂੰ ਮੰਨਦਾ ਨਹੀਂ ਮਿਰਜ਼ਾ ਸਾਹਿਬ। ਕਵੇ ਤੂੰ ਤੇ ਮੰਨਦਾ ਹੀ ਨਹੀਂ ਹੈ ਮਿਰਜ਼ਾ ਸਾਹਿਬ ਨੂੰ, ਜਦੋਂ ਤੂੰ ਮੰਨਦਾ ਹੀ ਨਹੀਂ ਤੇ ਤੂੰ ਕਾਹਨੂੰ ਨਾ ਮਿਰਜ਼ਾ ਸਾਹਿਬ ਦੀਆਂ ਇਬਾਰਤਾਂ ਪੇਸ਼ ਕਰਨਾ। ਤੇ ਉਹ ਕਹਿੰਦਾ ਹੈ ਕੀ ਕਿਹਾ ਜੇ? ਉਹ ਟੋਨੀ ਸਾਹਿਬ ਨੂੰ ਕੀ ਕਹਿ ਰਹੇ ਹੋ ਤੁਸੀਂ? ਉਹਨੇ ਕਿਹਾ ਇਹ ਤੇ ਮੰਨਦੇ ਨਹੀਂ। ਉਹਨੇ ਕਿਹਾ ਨਹੀਂ ਉਹ ਅਹਿਮਦੀ ਹੈ। ਉਹ ਕਿਉਂ ਨਹੀਂ ਮੰਨਦਾ? ਉਹਨੂੰ ਆ ਕੇ ਮਿਰਜ਼ਾ ਸਾਹਿਬ ਦੀ ਕਿਤਾਬਾਂ ਪੇਸ਼। ਮੈਂ ਕਿਹਾ ਲੈ ਲਓ। ਹੁਣ ਇਹ ਇੰਨਾ ਕਿ ਦਿਮਾਗ ਹੈ। ਉਹ ਸਹੀ ਉਹਨੇ ਕਿਹਾ ਨਾ ਬਸ਼ੀਰੁੱਦੀਨ ਨੇ ਕਿ ਇਹ ਜਿਹੜੇ ਨਾ ਮੈਂ ਆਲੇ ਦੁਆਲੇ ਆਪਣੇ ਖੰਜ਼ੀਰ ਦੇਖ ਰਿਹਾ ਵਾਂ ਕਿ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਅੱਗੇ ਕੌਣ ਹੈ, ਭਾਵੇਂ ਉਹ ਸਿੱਧਾ ਵਰਸ਼ਾ ਲੈ ਕੇ ਖੜਾ ਹੋਵੇ ਜਾਂ ਬੰਦੂਕ। ਅੱਛਾ ਦੁਨੀਆ ਜਿਤਨੇ ਵੀ ਪੈਗੰਬਰ ਆਏ ਲੋਕਾਂ ਉਹਨਾਂ ਦੀ ਗੱਲ ਮੰਨੀ ਹੈ ਨਾ। ਇਹ ਵਾਹਿਦ ਲਾਦਾ ਆਇਆ ਜਿਹੜਾ ਨਾ ਜਿਹਦਾ ਉਹ ਬੰਦੇ ਇਹਨੂੰ ਮੰਨਣਾ, ਬਾਕੀ ਦੀਆਂ ਗੱਲਾਂ ਨੂੰ ਨਹੀਂ ਮੰਨਣਾ। ਦੱਸੋ ਇਹਨਾਂ ਦੀ ਲੌਜਿਕ ਕੀ ਹੈ? ਉਹ ਕੋਈ ਅਕਲ ਸੂਝ ਰੱਖਦੇ ਹੋ ਤੁਸੀਂ? ਕੋਈ ਤੁਹਾਡੇ ਕੋਲ ਕੋਈ ਐਸੀ ਦੀ ਦਲੀਲ ਨਹੀਂ ਹੈ ਜਿਹਦੇ ਤੇ ਕੋਈ ਅਸੀਂ ਮੰਨ ਲਈਏ ਕਿ ਬਾਕੀ ਮਿਰਜ਼ਾ ਪੈਗੰਬਰ ਹੈ ਜਾਂ ਇਮਾਮ ਮਹਿਦੀ ਹੈ? ਇਹ ਕੋਈ ਵੀ ਨਹੀਂ, ਇੱਕ ਝੂਠਾ ਆਦਮੀ ਹੈ। ਇਹ ਅੰਗਰੇਜ਼ਾਂ ਨੇ ਲਾਂਚ ਕੀਤਾ ਸੀ, ਇਹਨੇ ਜਿਹੜਾ ਜਿਹਾਦ ਦਾ ਕਨਸੈਪਟ ਵੀ ਖਤਮ ਕੀਤਾ, ਕਿਉਂਕਿ ਉਸ ਵਕਤ ਜਿਹੜੇ ਅੰਗਰੇਜ਼ਾਂ ਦੇ ਖਿਲਾਫ ਮੁਸਲਮਾਨ ਲੜਦੇ ਸੀ ਆਜ਼ਾਦੀ ਵਾਸਤੇ। ਇਹਨਾਂ ਆਖਿਆ ਚਲੋ ਜੀ ਇੱਕ ਬੰਦਾ ਲਾਂਚ ਕਰਨਾ ਜਿਹੜਾ ਨਾ ਇਹ ਜਿਹਾਦ ਦਾ ਕਨਸੈਪਟ ਖਤਮ ਕਰ ਦੇ ਤੇ ਲੋਕ ਸਾਡੇ ਖਿਲਾਫ ਲੜਨ ਨਾ, ਸੀ ਆਰਾਮ ਸਕੂਨ ਨਾਲ ਇੱਥੇ ਅੰਗਰੇਜ਼ ਹਕੂਮਤ ਕਰਦੇ ਰਹੀਏ। ਇਹ ਮਕਸਦ ਸੀ ਇਹਨਾਂ ਦਾ। ਇਸ ਵਾਸਤੇ ਇਹਨੂੰ ਮਿਰਜ਼ੇ ਨੂੰ ਉਹਨਾਂ ਲਾਂਚ ਕੀਤਾ। ਫਿਰ ਅੱਗੋਂ ਜਿਹੜਾ ਉਹ ਇਹ ਪੈਸਾ ਪਤਾ ਇਹ ਮਰਜ਼ਈਆਂ ਦੇ ਕੋਲ ਪੈਸਾ ਜਾਣ ਦੋ ਤਸ਼ਾਮ ਸਾਹਿਬ, ਉਹ ਜਾਣ ਦੋ। ਜਦੋਂ ਆਨੇ ਆਖਿਆ ਆਪਣਾ ਭੈੜਾ ਹੋਵੇ ਨਾ ਤੇ ਉਹਨੂੰ ਐਵੇਂ ਬਗਾਨਿਆਂ ਦੇ ਮੱਥੇ ਲਾਈ ਆ, ਉਹ ਸਾਡੇ ਖਿਲਾਫ ਫਲਾਣੇ ਸਾਜ਼ਿਸ਼ ਕੀਤੀ ਫਲਾਣੇ। ਇਹ ਆਪ ਆਪਣਾ ਟੇਡੇ ਦਾ ਮੰਗਲਾ ਡੈਮ ਸੀ ਉਹ ਭਰਨ ਨਹੀਂ ਸੀ ਹੁੰਦਾ, ਐਵੇਂ ਅੰਗਰੇਜ਼ਾਂ ਦੇ ਮੱਥੇ ਲਾਈ ਆਉਂਦੇ। ਕਿ ਅੰਗਰੇਜ਼ਾਂ ਨੇ ਇਹਨੂੰ ਕਿੱਥੇ ਪ੍ਰੋਟੈਕਸ਼ਨ ਦਿੱਤੀ? ਇਹ ਪੈਸੇ ਦਿੰਦੇ ਸੀ ਇਹਨਾਂ ਨੂੰ, ਪੈਸੇ ਦੇ ਕੇ ਕਰਾਇਆ ਨਾ। ਹੁਣ ਵੀ ਪੈਸੇ ਲੈ ਕੇ ਸਾਰੇ ਕਿਹੜਾ ਐਵੇਂ ਗੱਲਾਂ ਬੜੀਆਂ ਨੇ। ਪ੍ਰੋਪਗੈਂਡਾ ਕਰਨਾ ਜੋ ਮਰਜ਼ੀ ਆਖੀ ਜਾਓ, ਪ੍ਰੋਪਗੈਂਡਾ ਕਰਨੀ ਚਾਹੀਦੀ ਜਿਹਦਾ ਸਾਡੇ ਕੋਲ ਸਬੂਤ ਹੈ। ਤੁਹਾਡੇ ਕੋਲ ਸਬੂਤ ਹੈ ਇਸ ਗੱਲ ਦਾ? ਇਸ ਗੱਲ ਦਾ ਸਬੂਤ ਹੈ ਕਿ ਜਹਾਦ ਦਾ ਕਨਸੈਪਟ ਇਹਨਾਂ ਬਾਹਰ ਕੱਢ ਦਿੱਤਾ ਹੈ। ਜਹਾਦ ਦਾ ਕਨਸੈਪਟ ਤੇ ਹੋਰ ਵੀ ਬੜਿਆ। ਬਿਆਉਲਾ ਰਾਣੀ ਵੀ ਕਹਿੰਦਾ ਸੀ ਛੱਡ ਦੋ ਜਹਾਦ। ਜਹਾਦ ਤੇ ਸਾਡੇ ਉਲਮਾ ਵੀ ਕਈ ਕਹਿੰਦੇ ਸੀ ਜਹਾਦ ਤੇ ਜਿਹੜਾ ਉਹਦੀ ਨਹੀਂ ਹੈ, ਸ਼ਰਾਇਤ ਪੂਰੀਆਂ ਨਹੀਂ ਹੁੰਦੀਆਂ। ਉਹ ਇਹ ਬੁਨਿਆਦ ਤੇ ਨਹੀਂ ਨਾ ਹੈ, ਇਹ ਕਰੀਨਾ ਹੈ ਨਾ। ਇਹ ਕਰੀਨੇ ਦੇ ਬੁਨਿਆਦ ਤੇ ਨਾ ਕਿਸੇ ਦੇ ਉੱਤੇ ਇਲਜ਼ਾਮ ਲਾਓ ਯਾਰ। ਨਹੀਂ ਇਹ ਤੇ ਬੰਦੇ ਮੇਰੇ ਕੋਲ 5 ਕਰੀਨੇ ਨੇ। ਮਿਰਜ਼ਾ ਕਾਦੀਆਨੀ ਨੇ ਡਕੈਤੀ ਕੀਤੀ ਚਾਹ ਕਾਫਲੇ ਤੇ 5 ਕਰੀਨੇ ਨੇ ਮੇਰੇ ਕੋਲ। ਮੈਂ ਇਹ ਖੁਦ ਐਕਸੈਪਟ ਕਰਦੇ ਨੇ ਕਿ ਮਿਰਜ਼ਾ ਆਖਿਆ ਕਿ ਜਹਾਦ ਦਾ ਜਿਹੜਾ ਹੁਣ ਜ਼ਰੂਰੀ ਨਹੀਂ ਹੈ, ਜਹਾਦ ਖਤਮ ਹੋ ਗਿਆ ਬਸ। ਇਹ ਨਾ ਉਹ ਤੇ ਕਿਹਾ ਹੈ ਜਿਹੜਾ ਬੰਦਾ ਜਹਾਦ ਆ ਕੇ ਨਹੀਂ ਨਾ ਸਾਬਤ ਹੁੰਦਾ ਯਾਰ, ਜਿਹੜਾ ਨਹੀਂ ਨਾ ਸਾਬਤ ਹੁੰਦਾ। ਅੰਗਰੇਜ਼ਾਂ ਇਹਨੂੰ ਲਾਂਚ ਕੀਤਾ ਹੈ। ਇਹਦਾ ਮਕਸਦ ਹੈ ਇਹਨੂੰ ਹੋਰ ਕਿਹਨੂੰ ਫਾਇਦਾ ਹੋ ਸਕਦਾ ਇਹਦੇ ਨਾਲ ਸੀ ਉਸ ਵਕਤ? ਫਾਇਦਾ ਤੇ ਉਹਨਾਂ ਨੂੰ ਹੈ ਸੀ, ਲੇਕਿਨ ਉਹਨਾਂ ਇਹਨੂੰ ਲਾਂਚ ਤੇ ਨਹੀਂ ਸੀ ਨਾ ਕੀਤਾ ਯਾਰ। ਉਹ ਯਾਰ ਪਿੱਛੇ ਬਣਿਆ ਸਾਰਾ ਕੋਈ ਜਾਂ ਚਲੋ ਜੋ ਵੀ ਸੀ, ਲੇਕਿਨ ਇਹ ਕਹਿ ਤਾਂ ਝੂਠਾ ਨਾ। ਮੇਨ ਮਕਸਦ ਹੈ ਪੁਖਤਾ ਗੱਲ ਕਰਿਆ ਕਰੋ। ਪੁਖਤਾ ਗੱਲ, ਜਿਹੜੀ ਪੁਖਤਾ ਗੱਲ ਹੈ ਉਹ ਇਹ ਵੇ ਕਿ ਇਹ ਹਰ ਗੱਲ ਵਿੱਚ ਕਨਫਲਿਕਟ ਕਿਉਂ ਹੈ? ਕੋਈ ਦੋ ਗੱਲਾਂ ਆਪਸ ਰਲਦੀਆਂ ਕਿਉਂ ਨਹੀਂ ਆਣ? ਬਈ ਰਾਤੀ ਪਿਆਦੇ ਨੇ ਯੂਸਫੀ ਭਾਈ ਪਿਆਦੇ ਨੇ ਵੀ ਉਹ ਲੜਨ ਲੱਗੇ ਸਨ ਦੋਏ, ਉਹ ਵੀ ਮਿਰਜ਼ਾ ਕਾਦੀਆਨੀ ਦੀਆਂ ਕਿਤਾਬਾਂ ਪੜ੍ਹਦਾ, ਉਹ ਵੀ ਮਿਰਜ਼ਾ ਕਾਦੀਆਨੀ ਦੀਆਂ ਕਿਤਾਬਾਂ ਪੜ੍ਹਦਾ। ਲੜਾਈ ਮੁੱਕਦੀ ਨਹੀਂ ਪਈ ਹੈ। ਚੌਹਾਨ ਸਾਹਿਬ ਆ ਗਏ ਨੇ, ਪਹਿਲਾਂ ਇਹਨਾਂ ਨੇ ਪੰਗਾ ਪਾਇਆ ਸੀ ਘੰਟਾ, ਫਿਰ ਬਾਅਦ ਚ ਅੰਗਰੇਜ਼ਾਂ ਨੇ ਲਾਂਚ ਕੀਤਾ ਸੀ। ਉਹਨਾਂ ਨੂੰ ਅੰਗਰੇਜ਼ਾਂ ਨੇ ਲਾਂਚ ਕੀਤਾ ਸੀ। ਉਹ ਛੱਡ ਦੋ, ਮੈਂ ਵਾਪਸ ਲੈ ਲਈ ਨਾ ਗੱਲ। ਉਹ ਮੈਂ ਲੈ ਲਈ ਵਾਪਸ। ਤੁਸੀਂ ਉਹਦੇ ਤੇ ਨਾ ਹੁਣ ਤੁਸੀਂ ਉਹਦੇ ਤੇ ਨਾ ਸਟੈਂਡ ਲੈ ਜਾਓ। ਜਿਹੜੀ ਮੈਂ ਪਿਆ ਕਰਨਾ ਤੁਸੀਂ ਇਹਦਾ ਜਵਾਬ ਦਿਓ ਵੀ ਲੜਾਈ ਕਿਉਂ ਨਹੀਂ ਮੁੱਕਦੀ? ਕਿਤਾਬਾਂ ਹੀ ਮਿਰਜ਼ਾ ਸਾਹਿਬ ਦੇ ਆਪਣੇ ਹੱਥੀਆਂ ਲਿਖੀਆਂ ਕਿਤਾਬਾਂ ਨੇ, ਤੇ ਸਮਝ ਕਿਉਂ ਨਹੀਂ ਆਉਂਦੀਆਂ ਵੀ ਕੀ ਲਿਖਿਆ?
ਉਹ ਮੈਂ ਨਹੀਂ ਤੇ ਬੈਠਾ, ਕੁਰਾਨ ਵੀ ਜਿਹੜਾ ਬਸ਼ੀਰ ਉਦੀਨ- ਕੁਰਾਨ ਵੀ ਜਿਹੜਾ ਅੱਲਾਹ ਗੱਲ ਤਾਲਾ ਦੀ ਸੁਣੋ। ਕਿਤਾਬ ਹੈ ਤੇ ਤੁਸੀਂ 73 ਸੁਣੋ। ਫਿਰਕੇ ਕਿਉਂ ਲੜਦੇ ਰਹਿੰਦੇ ਹੋ? ਬਸ਼ੀਰਉਦੀਨ ਮਹਿਮੂਦ ਅਹਿਮਦ ਦੀ ਮੈਂ ਗੱਲ ਕਰ ਬੈਠਾ, ਮੈਂ ਕਿਹਾ ਵੀ ਉਹਨਾਂ ਬਸ਼ੀਰਉਦੀਨ महमूद अहमद ने आख्या 1901 में मिर्जा साहब ने बड़े जोर से नबूवत का दावा किया है। सैनी साहब बनवाते ने अच्छा फिर कीता जोर नाल दावा। मैं क्या भी हुण मैं सिर्फ कालतनामे दे साइन कीते ने, मन्नू नहीं पता कीता ਉਹਦਾ ਆਖਿਆ ਉੱਤੇ ਹੀ ਤੇ ਲਿਖਿਆ ਜਾਹਿਲ ਮੁਖਾਲਫ ਮੇਰੇ ਤੇ ਇਲਜ਼ਾਮ ਲਾਉਂਦੇ ਨੇ ਮੈਂ ਨਬੂਵਤ ਦਾ ਮਦਈ ਹਾਂ, ਫਿਰ ਮੈਂ ਕੀ ਜਵਾਬ ਦੇਵਾਂ? बिल्कुल नहीं, मिर्जाई भी जाहिर मुखालिफ ही नहीं सारे के सारे, क्योंकि मिर्जा साहब के मेरा साफ कहने साफ का कह मकसद रहे हैं मुजद्दद हाँ बस। ਸਾਫ਼ ਸਾਫ਼ ਕਹਿ ਉਹ ਰਹੇ ਤੇ ਇਹ ਤੁਹਾਨੂੰ ਸਾਫ਼ ਸਾਫ਼ ਨਜ਼ਰ ਆਉਂਦਾ, ਮਿਰਜ਼ਾਈਆਂ ਦੂਜੀਆਂ ਨੇ- ਮਰਜ਼ੀਆਂ ਨੂੰ ਕਿਉਂ ਨਹੀਂ ਨਜ਼ਰ ਆਉਂਦਾ? हाँ क्यों नहीं नजर आंदा ਤੁਹਾਨੂੰ ਸਾਫ਼ ਪਤਾ ਹੈ ਕਿਸ ਵਜ੍ਹਾ ਨਾਲ? ਕਿਉਂਕਿ ਜੇ ਮਿਰਜ਼ਾ ਸਾਹਿਬ ਨੂੰ ਉਹ ਨਬੂਵਤ ਦੇ ਟਮਣੇ ਤੇ ਨਾ ਚੜਾਉਣ ਤੇ ਆਪਣੀ ਗੱਦੀ ਕਿਵੇਂ ਚਲਾਉਣ ਖਿਲਾਫਤ ਦੀ? ਉਹ ਮਜਬੂਰ ਨੇ ਕਿ ਮਿਰਜ਼ਾ ਸਾਹਿਬ ਨੂੰ ਨਬੂਵਤ ਦੇ ਟਮਣੇ ਦੀ ਚੜਾਉਣ। ਜੋਜ਼ਫ ਭੱਟੀ ਆ ਗਿਆ, ਇਹ ਦੱਸੇਗਾ ਕਿ ਅਮੂਨੀ ਔਰ ਮੁਆਬੀ ਕੌਣ ਲੋਕ ਸੀ। ਇਹ ਵੀ ਕਰੀਨਾ ਹੈ ਨਾ ਇੱਕ ਜਿਹੜਾ ਤੁਸੀਂ ਪੇਸ਼ ਪੇ ਕਰਦੇ ਹੋ, ਇਹ ਨਸ ਤੇ ਕੋਈ ਨਹੀਂ ਹੈ। ਹਾਂਜੀ ਇਹ ਤੁਹਾਡਾ ਇੱਕ ਕਰੀਨਾ ਹੈ ਜਿਹੜਾ ਤੁਸੀਂ ਪੇਸ਼ ਕਰ ਰਹੇ ਹੋ ਕਿ ਉਹਨਾਂ ਨੇ ਨਹੀਂ ਜੇ ਮਿਰਜ਼ਾ ਸਾਹਿਬ ਨੂੰ ਟਮਣੇ ਤੇ ਤੁਸੀਂ ਚੜਾ ਕੇ ਖੁਦ ਕਰੀਨਾ ਤੁਸੀਂ ਖੁਦ ਸੋਚੋ ਕਿ ਮਿਰਜ਼ਾ ਸਾਹਿਬ ਨਬੀ ਨਹੀਂ ਹੈ, ਖਿਲਾਫਤ ਦਾ ਕੀ ਜਵਾਬ ਹੈ ਦੱਸੋ? ਖਿਲਾਫਤ ਦਾ ਜਵਾਜ਼ ਨਬੂਵਤ ਨਾਲ ਕਿੱਥੋਂ ਮਸ਼ਰੂਤ ਹੋ ਗਿਆ ਹੈ? तो यही कह रहे हैं खिलाफत नबी ने, नबी की खिलाफत आगे चली है। ਨਾ ਵੀ ਉਹਨਾਂ ਦਾਵਾ ਕੀਤਾ ਤਾਂ ਵੀ ਇੱਥੇ ਜਿਨ੍ਹਾਂ ਦੁਕਾਨਾਂ ਚਲਾਣੀਆਂ ਹੁਣ ਚੌਹਾਨ ਸਾਹਿਬ ਪਾਕਿਸਤਾਨ ਕਿੰਨੇ ਪੀਰ ਨੇ ਜਿਨ੍ਹਾਂ ਦੇ ਕੋਈ ਖਲੀਫੇ ਚਲਾਈ ਫਿਰਦੇ ਨੇ, ਉੱਥੇ ਖਲੀਫੇ ਬਣੇ ਨੇ। नहीं वो तो खैर होता चलो है, लेकिन अच्छे तो वो मिर्जा साहब के नाम से चलानी है ना, तो मिर्जा साहब वो आहो। नबी साबित करेंगे तो चलाएंगे ना कि मिर्जा साहब की नबूवत ਮੈਂ चल ਕਹਿੰਦਾ पड़ी ਨਾ है ਵੀ कि ਕਰਨ ਨਾ ਵੀ ਕਰਨ ਖਿਲਾਫਤ ਚਲਾਉਣ ਵਾਸਤੇ ਚੌਹਾਨ ਸਾਹਿਬ ਖਿਲਾਫਤ ਹਾਂ। ਨੂੰ ਚਲਾਉਣ ਵਾਸਤੇ ਨਬੂਵਤ ਦਾ ਦਾਵਾ ਪੇਸ਼ ਕਰਨਾ ਜ਼ਰੂਰੀ ਨਹੀਂ ਹੈ। क्यों ਖਿਲਾਫਤ नहीं ਤੇ ਜਿਹੜੀ ਹੈ ਉਹ ਤਾਂ ਮੈਂ जरूरी? ਤਾਂ अच्छा खिलाफत फिर किस चीज दी है, किस चीज की खिलाफत है? ਖਿਲਾਫਤ ਇੱਕ ਉਹਦੀ ਹੈ ਨਾ, ਨਿਆਬਤ ਹੈ ਨਾ, ਕੋਈ ਵੀ ਕਰ ਸਕਦਾ ਹੈ। ਉਹ नहीं किसी नहीं भी किसी वो नहीं कह मुर्शिद की भी रहे, नियाबत नहीं वो होती कह रहे हम आयते इस्तखलाफ के मुताबिक खलीफे हैं, मिर्जा साहब नबी हैं और उनके बाद उनकी खिलाफत जारी हो गई है। क्यों तो मिर्जा साहब और भी वो ये आए कह रहे हैं थे, मिर्जा खिलाफ साहब को दे फलानी आयत दे मुताबिक। नहीं वो तो कहते हैं ना मिर्जा साहब को उम्मती कहना या उम्मती ग्रोह में शामिल करना सबसे अजीम कुफर है, क्योंकि अगर आप ये कहेंगे कि मिर्जा साहब उम्मती है, आप गोया कह रहे हैं आप हजरत मोहम्मद सल्लल्लाहु अलैहि वसल्लम को उम्मती बना रहे हैं। इससे बड़ा कुफर हो सकता है? क्योंकि मिर्जा साहब खुद मोहम्मद सल्लल्लाहु अलैहि वसल्लम है, तो खुद मोहम्मद सल्लल्लाहु अलैहि वसल्लम आए तो उनकी नबूवत चल पड़ी, तो खिलाफत चल पड़ी, यही तो वो कहते हैं। ये सारे दावे तो मिर्जा साहब कीते ने ना, जो मुझ में और नबी पाक मुस्तफा में फर्क करता है उसने मुझे पहचाना ही नहीं। हाँ, की लिखे है हाँ, कुतुब अल-अमीन। लेकिन वो कहते सारे दावे मुजद्दद ही सी इन्होंने किए ना, मैं बरूजी तौर पर मुजद्दिद इसी इतना मोहम्मद बन बैठा है, मैं मोहम्मद अरबी हां। हाँ जी बरूजी तौर पर भाई असि तो कहने हर मुजद्दद मोहम्मद होता है बरूजी तौर पर, हर मुजद्दद होता है बरूजी तौर पर उससे हर शय से हाँ सवेरे मैं हर मुजद्दद बरूजी तौर से होता है। बशीरुद्दीन मिर्जा महमूद साहब अहमद ने बरूजी आख्या तौर से नहीं। ਬਸ਼ੀਰਉਦੀਨ ਮਹਿਮੂਦ ਅਹਿਮਦ ਦੀ ਸਵੇਰੇ ਇੱਕ ਤਹਿਰੀਰ ਮੈਂ ਪੜ੍ਹੀ, ਉਹ ਆਖੇ ਸਾਡਾ ਸਾਰਾ ਕੁਝ ਜ਼ਿੱਲ ਹੈ, ਸਾਡੀ ਤਬਲੀਗ ਵੀ ਜ਼ਿੱਲੀ ਹੈ, ਸਾਡੀ ਨਬੂਵਤ ਵੀ ਜ਼ਿੱਲੀ ਹੈ, ਸਾਡੀ ਹਰ ਸ਼ੈ ਜ਼ਿੱਲ ਹੈ। ਹਾਂ ਜ਼ਿੱਲ ਹੀ ਜ਼ਿੱਲ ਹੈ। ਅਸੀਂ ਉਹੀ ਜ਼ਿੱਲ ਗੱਲ ਹੈ ਨਾ ਕਿ ਜ਼ਿੱਲੀ ਬੇਟਾ ਨਹੀਂ ਹੁੰਦਾ, ਤੇ ਜ਼ਿੱਲੀ ਹਜ ਨਹੀਂ ਹੁੰਦਾ, ਤੇ ਜ਼ਿੱਲੀ ਨਬੀ ਨਹੀਂ ਹੁੰਦਾ, ਤੇ ਜਿਹੜਾ ਨਬੀ ਨਹੀਂ ਹੁੰਦਾ ਉਹਦੀ ਖਿਲਾਫਤ ਵੀ ਨਹੀਂ ਚੱਲਦੀ। मिर्जाई ਨਾਲ ਜ਼ਲਾਲਤ ਲਾ ਲੈਣ ਤੇ ਫਿਰ ਠੀਕ ਹੋ ਜਾਏਗਾ ਸਰ। ਮਿਰਜ਼ਾਈ ਕਿਉਂ ਜ਼ੋਰ ਦਿੰਦੇ ਨੇ ਨਬੂਵਤ ਤੇ ਉਹਨਾਂ ਦੀ, ਔਰ ਨਬੂਵਤ ਜਾਰੀ ਹੈ, ਉਹ ਵੀ ਕਹਿੰਦੇ ਨੇ ਪੁੱਛੋ ਕਿੱਥੇ ਜਾ ਰਹੀ ਹੈ, ਉਹ ਕਹਿੰਦੇ ਨੇ ਜਬ ਅੱਲਾਹ ਤਾਲਾ ਚਾਹੇਗਾ। ਔਰ ਨਬੂਵਤ ਦੇ ਜ਼ੋਰ ਦੇਣ ਦੀ ਵਜ੍ਹਾ ਹੀ ਇਹੀ ਹੈ ਕਿ ਉਹਦੀ ਖਿਲਾਫਤ ਉਸ ਆਈਡੀਆ ਤੇ ਖੜੀ ਹੈ, ਵਰਨਾ ਤੇ ਉਹ ਕਹਿੰਦੇ ਜੇ ਠੀਕ ਹੈ ਜੋ ਵੀ ਸੀ ਮੁਜੱਦਦ ਸੀ ਭਾਵੇਂ, ਲੇਕਿਨ ਅਸੀਂ ਉਹਨਾਂ ਦੇ ਖਿਲਾਫ ਚਲਾ ਰਹੀ, ਸਾਡੀ ਮਰਜ਼ੀ। ਮੈਂ ਤੁਹਾਡੀ ਇਸ ਗੱਲ ਨਾਲ ਐਗਰੀ ਨਹੀਂ ਆ। ਮਿਰਜ਼ਾ ਸਾਹਿਬ ਨੇ ਨਬੂਵਤ ਦਾ ਦਾਵਾ ਕੀਤਾ ਹੈ, ਜਾ ਬਜਾ ਕੀਤਾ ਹੈ, ਸਰਾਹਤ ਨਾਲ ਕੀਤਾ ਹੈ। ਅਲਬત્ਤਾ ਇਨਕਾਰ ਲਾਨਤ ਪਾਣੇ ਅਸੀਂ ਨਬੂਵਤ ਦੇ ਦਾਅਵੇਦਾਰ ਤੇ, ਲਾਨਤ ਹਜ਼ਾਰ ਲਾਨਤ, ਬਲਕਿ ਲਿਖ ਕੇ ਲਾ ਦੇਾਂਗੇ ਹਜ਼ਾਰ ਲਾਨਤ ਨਬੂਵਤ ਦੇ ਦਾਅਵੇ। ਨਬੀ ਆ ਹੀ ਨਹੀਂ ਸਕਦਾ, ਇਨਹੁ ਲਾ ਨਬੀ ਆਬਾਦੀ ਸਯਕੂਨ ਖੁਲਫਾਉ ਫਯਕਫੁਰ। ਜਿਹੜਾ ਕਹਿੰਦਾ ਇਸ ਤੌਰ से मैं नबी और रसूल हूं, तो पाओ तो लानत उनको कि तू कि तो नबी हो गया इस तौर नहीं, से। इस तौर से नबी व रसूल हैं, वो रसूल भी हैं नबी भी हैं, मुजद्दिद की हैसियत से रसूल का भेजा हुआ नबी की मतलब वही पाकर मामूर होने वाला है। आमिर भाई उनका इनकार हर मुजद्दिद रसूल नबी हुंदा है, महदी भी हुंदा है।
लड़ गई ने लानता सारियां। नहीं तो मिर्जा साहब का इनकार काफिर कैसे बना देता है यार, ये फिर नबी नहीं है तो? हाँ तो भाई उन्होंने कहा मुजद्दद का मुनकिर फासिक है, वमन कफर बाद ज़ालिका फ़उलाइकुमुल फासिकून। हजरत मोहम्मद सल्लल्लाहु अलैहि वसल्लम का जब खलीफा आए थे इस्तखलाफ के मुताबिक आ जाए, उसका मुनकिर फासिक है, तो फासिक अल्लाह रसूल का नाफरमान होता है। साडे पिंड वो एक मुसलमान पीर है, काफिर है। मेरा इनकार करने वाला फासिक है, पीर का इनकार भी करने वाला फासिक है। किदा पीर झूठा दो नंबरिया, वो कहना मेरा इनकार करने वाला भी फासिक है। भाई वो पीर कहना आके- जाए, लेकिन मैं क्या मिर्जा साहब की मुजद्दिद गल बनना? कर रहा हूं, मैं पीर की गल नहीं कर रहा। खिलाफत तो मैं 30 मिर्जा साल साहब की पहले गल कर खत्म रहा हो गई। ਦਲੀਲ ਤੇ ਵੇਣੀ ਹੈ ਕੁਰਾਨ ਦੀ ਇਸ਼ਕ ਰਿਹਾ ਹੈ, ਇਹੋ ਜੀ ਦਲੀਲ और भाई ਅਸੀਂ ਕੁਰਾਨ ਹਦੀਸ ਤੁਹਾਡੀ ਕਿੱਥੇ ਜਾਈਏ? ਤੁਹਾਡੀ ਕੁਰਾਨ ਹਦੀਸ ਤੁਸੀਂ ਲੈ ਲੈ ਕੇ ਜਾਓ ਬੈਠੇ ਬਰਾਬਰ। ਹੋ। ਤੁਹਾਡੀ ਯਾਰ, ਕੁਰਾਨ ਖਿਲਾਫਤ- ਹਦੀਸ ਤੁਹਾਨੂੰ ਨਹੀਂ ਚਾਹੀਦੀ, ਕਿਤਨੀ ਦਫਾ ਕਹਿ ਚੁੱਕੇ हैं। खिलाफत मिर्जा तो साहब 30 साल को थी ना, उसके पता बाद नहीं, मिर्जा कितने कैसे साल कर खलीफा रहे हैं। बन गया? क्या खिलाफत तो 30 साल थी ना रसूल की हदीस के मुताबिक, तो उसके बाद मिर्जा कैसे खलीफा बन गया, ये बताएं। नहीं, मिर्जा साहब ने कहा है कि खिलाफत 30 साल नहीं थी, बल्कि दायमी रूहानी खिलाफत है जो सिलसिले मुजद्दिदीन है, हदीस मुजद्दिदीन और आयत इस्तखलाफ के मुताबिक। तो वो खलीफा बना तो उनको ये पाकिस्तान में लोगों ने काफिर करार दे दिया, तो ये कैसी खिलाफत है जो जलील हो गई? हाँ क्या बात है तेरी भाई, और सदके में तेरे जावा, और 2.5 अरब बंदा कहता हजरत मोहम्मद सल्लल्लाहु अलैहि वसल्लम काज़िब ने मान लीए। अगर नया पंगा ले, बड़ा पंगा ले, 2.5 अरब ईसाई कह रहे हैं हजरत मोहम्मद सल्लल्लाहु अलैहि वसल्लम काज़िब है, तेरे नाल आके बहंदा है जेड़ा पट्टी, वो भी कहता है, और मान लीए गल उन्होंने 2.5 अरब जी उन्होंने और कोई अपना दलील है? चौहान साहब ऐ सुनो, ए मिर्जा साहब हौसले नाल गल करो ना, हौसले नाल असल पता है कि जिला पूछ ली तो तुम्हें बैठ दलील गई। क्या दे रहे हैं? तू कह रहे हैं, कुछ लोग काफिर कह रहे हैं भी जो मिर्जा साहब की फतह का कायल नहीं वो हरामजादा है। दसो केड़े केड़े मिर्जा साहब की फतह के कायल ने? मिर्जा साहब की क्या कौन सी फतह हुई है? अच्छा चौहान साहब है, तुसी हाँ, कह रहे तो हो वो मिर्जा हरामजादा हो साहब गया ना, मिर्जा साहब साबित कर दिया मैंने। नहीं हाँ तो जी, फतह उसकी कैसे तू हुई क्या है? कह रहे? रामजादा तो वो होगा ना और जो तेनू होगा। हरामजादा साहब तू कायल नहीं ना है, तू नहीं क्या कितने हुई? ये देख लो, ये देख लो जो मर्ज़ई तू कहते हैं कायल नहीं ना, कि मिर्जा साहब की गालियां फतह नहीं था। देते, देख लो। तू हुनी क्या है कि कितने हुई फतह? कहता मैं तू फतह तो कायल नहीं, हरामजादा निकलिया, साबित हो गया ना। नहीं, फतह हुई तो ना, साबित करो ना पहले। पहले रामजादा तो वो होगा ना जो सच को सच थल्ले उंगला मानेगा। ला के देखी, हुन जाके घर जाके देखी, ये तो पर्सनल उत्तर आए ना, ਇਹ ਦੇਖ ਲਓ ਮਰਜ਼ਈਆਂ ਦੇ, ਇਹ ਉਹ ਮਰਜ਼ਈ ਜਿਹੜੇ ਕਹਿੰਦੇ मैं ਅਸੀਂ तेनू ਬੜੇ हरामजादा ਅਖਲਾਕ ਵਾਲੇ साबित ਆ। कर देता है ना हुने। ਇਹ ਮਰਜ਼ਈ ਉਹ ਅਖਲਾਕ ਵਾਲੇ ਆ। ਮੈਂ ਕਹਿੰਦਾ ਕਿ ਜਿਹੜੇ ਮਰਜ਼ਈਆਂ और ਨੂੰ ਗਾਲਾਂ तू ਕੱਢਦੇ ਨੇ ਉਹ अखलाक ਸਹੀ अपने ਹੋ ਗਏ। पिठ च ले ले, बत्ती बना के अपने अखलाक, ਮੈਂ ਇਹ ਵੀ ਆ ਨਾ ਜਿਹੜੇ ਮਰਜ਼ਈਆਂ ਨੂੰ तू ਗਾਲਾਂ अपने ਕੱਢਦੇ ਨੇ ਉਹ अखलाक ਸਹੀ अपनी ਨੇ। पिठ च ले, ਮਰਜ਼ਈਆਂ ਨੂੰ ਜਿਹੜੇ ਹੁਣ ਗਾਲਾਂ ਕੱਢਦੇ ਨੇ ਉਹ बत्ती ਸਹੀ बना ਨੇ। अखलाक दी ते पिठ च ले ले अपनी। और चौहान जा साहब रहने दो, भज छड़ के दो। पेट से मरज़ई लैन ना, मरज़ई लैन के वो ਜਿਹੜੇ लैन के, अखलाक वो ਦਾ भाई, रहना अखलाक जेड़े तू निशान दस भाई, रहे हैं, छोड़ दे तुहाडे यार, अखलाक छोड़ तो सारा दे, दिन नहीं आप देखदा, चुप कर जा, अखलाकी वड्डा। चौहान साहब छोड़ दो, चुप कर जा, छोड़ दो। मैं तो छड़िया है, वही पढ़दा मैनू आ। अच्छा मैं चौहान तो पढ़ लिया ना। और मिर्जा और साहब यूसुफी दी कहते हैं, गल सुनो की कह ओ रहे हैं भाईजान यूसुफी। मेरे पर जाहिर और आइंदा ज़मानों के दरवाजे मेरे पर खोलता है कि जब तक इंसान को इसके साथ खुसूसियत का कुर्ब ना हो, दूसरे पर वो इसरार नहीं खोलता, और इन्हीं अमूर की कसरत की वजह से इसने मेरा नाम नबी रखा है, तो मैं खुदा के हुक्म के मुवाफिक नबी हूँ। दिल्ली बरूजी अगर इसका उम्मत इंतजार ने क्या? अगर इनकार करूं तो मेरा गुनाह होगा। हाँ जी, अगर इनकार करूँ तो मेरा गुनाह, मैं तो कह रहे इनकार करूँ हैं तो मिर्जा साहब मुजद्दिद की हैसियत से रसूल अल्लाह भी हैं, नबी अल्लाह भी हैं, इसमें मुजद्दद का- और इसमें मुजद्दद का जिक्र मोहम्मद नहीं। सल्लल्लाहु अलैहि वसल्लम भी हैं बरूजी तौर पर। इन्होंने यहाँ पे मुजद्दद का जिक्र नहीं किया। हाँ जी, ना तो इसने ਤੁਹਾਡੀ किया, ना ਤੁਹਾਡੀ बरूजी है, कुछ भी नहीं ਤੁਹਾਡੇ है। ਵਾਸਤੇ ਹਰ ਲਾਈਨ ਦੇ ਵਿੱਚ ਮੁਜੱਦਦ ਲਿਖਣਾ अपने आप में भी उनका दावा ही यही है। उन्होंने लिखा देखे आप ये उन्होंने मरने से तो 24 घंटे पहले की बात भाई, है। और यूसुफ इकबाल वो के सुने आपने सब तारीफे कर दी तो पागल भी है, ये भी लिखा के बोलना था तो सारा मसला हो हरामजादे जाता। तू चुप कर जा यार। ये रूहानी खजान जिल 14 पढ़े, उसमें 98 सफ़ा पे 89 सफ़ा पे वो कह रहे हैं नजमुल हुदा में, वो कह रहे हैं 14वीं सदी के मुजद्दद का नाम 3 नाम है, हकम, मेहदी और मसीह। इसके अलावा उनका दावा ही कोई नहीं है। मेरी बात सुने, बाकी सारे 1901 से मुजद्दद पहले हैं। देखें, 1901 से पहले या 1901, ये जो इबारत मैं पेश कर रहा हूँ आपको पता है, ये मरने से 24 घंटे पहले की इबारत है उनकी तकरीबन। हाँ, 24 तो वो उन्होंने 20 घंटे पहले लिखा। जैसे जैसे हाँ, उनको तो उन्होंने मरने से ये 24 घंटे पहले किया ना। अब मैं 4 घंटे के बाद की इबारत आपको देता हूँ।
23 मई 20 घंटे पहले, और मेरी बात सुनो, 20 घंटे पहले उन्होंने अपनी वफात से लिखा मुजद्दद की ज़रूरत के मुतालिक। आप वो जिल्द दहम पढ़ लें मलफूजात की, अपनी वफात से 20 घंटे पहले उन्होंने कहा है मुजद्ददीन की ज़रूरत, हर सदी पे मुजद्दद आना ज़रूरी है। ये 24 घंटे पहले उन्होंने यही कहा मैं नबी और रसूल हूँ, मैं अल्लाह की तरफ से मुझे मुकालमा मुखातबा इलाहियत से मुशर्रफ किया गया, यही हम कहते हैं। हर मुजद्दद जो होता है वो नबी और रसूल होता है। चौहान साहब इनको यही ना तारीफ वो जो मिर्जा साहब ने मरने की के है। 5 घंटे बाद जो इबारत है वो भी पेश करें, इनको अकल हाँ आएगी। जी। अकल इनको आए, अकल नहीं आनी है ना। मिर्जा साहब मुजद्दद थे और उसकी हैसियत से वो रसूल भी थे, नबी भी थे। वहाँ हर मुजद्दद नबी और रसूल होता है, मेहदी भी होता है, मसीह भी होता है मुजद्दद। ये भी ज़ाला हमें उन्होंने लिखा हुआ है, हर मुजद्दद मेहदी भी होता है, नबी तो मसीह भी रसूल होता है। होता है। मेहदी इसलिए होता है कि अल्लाह से याफ्ता होता है, मसीह इसलिए होता है कि रूहानी बीमारों का इलाज करता है। यही मुजद्दद का काम है। ਉਹ ਤੁਸੀਂ ਖੁਦਾ ਹੀ ਆਖਦੇ ਹੋ, ਫਰਕ ਕੀ ਪੈਂਦਾ? ਰਹਿ ਪਿੱਛੇ ਕੀ ਗਿਆ? ਹਰ ਮੁਜੱਦਦ ਖੁਦਾ ਵੀ ਹੁੰਦਾ ਹੈ। ਅੱਧਾ ਮੁਜੱਦਦ आखिर का जाम छुड़ गया, पागल बंदा कोई भी डिक्लेयर कर सकता है। ਝੂਠ ਤੁਸੀਂ ਬੋਲੋ, ਅਸੀਂ ਨਹੀਂ ਮਤਲਬ ਬੋਲਣਾ। ਉਹ ਹੈ ਉਹਦੀ ਜਾਤੀ। ਮੰਨਣਾ ਨਾ ਮੰਨਣਾ ਕਿਸੇ ਦੀ ਮਰਜ਼ੀ ਹੈ, ਤੁਸੀਂ ਆਖੀ ਜਾਓ ਹਾਂ। ਬਈ ਤੁਸੀਂ ਜਿਸ ਤਰ੍ਹਾਂ ਆਖੀ ਤੁਸੀਂ ਜਾਓ। ਉਹਨੂੰ ਨਬੀ ਰਸੂਲ ਪਿਆਉਂਦੇ ਹੋ ਮੁਜੱਦਦ ਨੂੰ, हाँ वो तो है, नबी और ਕੀ रसूल ਫਰਕ है। ਪੈਂਦਾ? ਖੁਦਾ ਵੀ ਕਹਿ ਦਿਓ, ਤੁਸੀਂ ਕਹਿ ਦਿਓ ਖੁਦਾ ਵੀ ਕਹਿ। ਅੱਛਾ ਹੁਣੇ ਤੁਸੀਂ ਕਿਹਾ ਮੇਰੀ ਗੱਲ ਆਪਣੇ ਆਪ ਨੂੰ ਖੁਦਾ ਕਹਿ ਲਿਓ, ਨਬੀ ਤੁਸੀਂ ਆਪਣੇ ਆਪ ਨੂੰ ਰਸੂਲ ਖੁਦਾ ਕਹਿ ਹੈ। ਲਿਓ। ਜਿਸ ਜਿਸ ਵੇਲੇ ਤੁਸੀਂ ਮੈਨੂੰ ਸੁਬਾਹ ਆਖਿਆ ਵੇਲੇ ਟਾਇਲਟ 'ਚ ਜਾਓਗੇ ਤੁਹਾਨੂੰ ਪਤਾ ਚੱਲ ਜਾਏਗਾ, ਸੁਬਾਹ ਟਾਇਲਟ 'ਚ ਜਾਓਗੇ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਖੁਦਾ ਕਿੰਨੇ ਕੁ ਹੋ ਗਏ ਹੋ। ਉਹ ਥੱਲੇ ਪਿਆ ਹੋਏਗਾ ਤੁਹਾਡੀ ਖੁਦਾਈ, ਉਹ ਦੇਖ ਲੈਣਾ। ਸ਼ਾਨ ਖੁਦਾਈ ਦਾ ਸਾਹਿਬ ਦਾਅਵਾ ਮੈਂ ਪੈਣਾ ਕਿ ਕੱਲ ਤੁਸੀਂ ਮੈਨੂੰ ਆਖਿਆ ਕਿ ਲਾਹੌਰੀ ਜਿਹੜੇ ਨੇ ਉਹਨਾਂ ਦਾ ਮੌਕਫ ਦਰੁਸਤ ਹੈ, ਮਿਰਜ਼ਾ ਸਾਹਿਬ ਦਾ ਦਾਅਵਾ ਨਬੂਵਤ ਦਾ ਕੋਈ ਨਹੀਂ। ਅੱਜ ਤੁਸੀਂ ਆਂਦੇ ਹੋ ਨਬੀ ਰਸੂਲ ਹੈ। हाँ नबी रसूल है, वो ਤੇ ਬੇਰਾਰ ਇਹ ਸਿਓ दावे ਬੇਰਾਰ नबूवत कोई नहीं है उनका, दावे नबूवत कोई नहीं है, वो नबी और रसूल है। मुजद्दद को दिल्ली नबी रसूल है पर दावा नबूवत को बरूदी नहीं। तौर पर इस्तारा के रंग में, मजाज के रंग में नबी कहा जाता है, क्योंकि वो वही पाकर मामूर होता है। बरूज की सूरत में, ज़िल की शक्ल में, जमूर की शक्ल में नबी रसूल है। हाँ ना, इनका कीदा ये है कि कहीं भी फंसने लगे ना तो कहें ये जिली नबी है, फिर हम मेहदी डिक्लेयर कर दें। फंसने लगे, और भाई कहा ही यही है, फंसने लगे, कहीं फंसने लगे। और तो क्या हम यही और क्या कहते मसला हैं। है? और क्या मसला है? जब हरामजादे, कोई हर दलील वक्त है, हम ये कहते हैं, देख है, हम हर वक्त ये ओ कहते हैं कि वो मर्ज़िया दिल्ली देख लो, ओ मर्ज़िया देख लो, हाँ, ਤੁਹਾਡਾ फंसने बंदा लगे नहीं होते, हाँ फंसने लगे के वक्त नहीं कहते, हम हर वक्त यही कहते हैं, हम हर वक्त फंसने नहीं लगते कहते, हैं। यही है आपके पास हम दलील फंसने नहीं लगते, हम कहते हैं वो दिल्ली में एहतशाम साहब, फंसने नहीं लगते। और किसी बंदे को और कहा जब चौहान साहब बोलना फंसने कहा। लगते हैं, एहतशाम यार साहब मैं बहुत फंसना फंसने लगने के वक्त नहीं मैं कहते। ये कहना हर कि वक्त उन्होंने हमारी पागल डिक्लेयर कर मुजद्दद देते है। ਅਸੀਂ ਸਭ ਕੁਝ ਮੰਨ ਲੈਂਦੇ ਆ ਕਿਉਂਕਿ ਪਾਗਲ फंसने ਬੰਦੇ लगते हैं। ਯਾਰ ਇਤਸ਼ਾਮ ਸਾਹਿਬ ਨਾ ਮੈਂ ਤੁਹਾਨੂੰ ਰੋਕ ਰਿਹਾ ਕੱਲ ਵਾਲਾ ਫਿਰ ਟਾਈਮ ਆ ਚੱਲਾ ਜੇ ਐਵੇਂ ਫਿਰ ਗੱਲ ਨਾ ਕਰਨਾ ਸਾਰਨਾ ਸਵਾਲ ਗੱਲ ਬੰਦਾ ਤਰੀਕੇ ਨਾਲ ਤਾਂ ਹੀ ਕਰੇ ਪੈਣਾ ਨਾ। ਇਤਸ਼ਾਮ ਸਾਹਿਬ ਮਾਰ ਅਗਲੇ ਤੁਹਾਨੂੰ ਕੋਈ ਹੋਰ ਬੰਦਾ ਚੁੱਕ ਲੈ ਤੇ ਬੇਸ਼ੱਕ ਗਾਲਾਂ ਆਣਾ ਆ ਜਾਓ ਲੇਕਿਨ ਹੋਰ ਕਿਸੇ ਬੰਦੇ ਕੋ ਗਾਲਾਂ ਖਾ ਲੈ ਚੌਹਾਨ ਸਾਹਿਬ ਕੋ ਕਾਹਨੂੰ ਖਾਣੀਆਂ? ਕਈ ਵੀ ਜਾਣਾ ਨਾ ਕਰਨਾ ਹਲੇ ਚੌਹਾਨ ਸਾਹਿਬ ਅੱਜ ਸਵੇਰੇ ਤੁਸੀਂ ਗਰਮ ਹੋਏ ਹੋ ਅੱਜ थोड़ा टाइम गरम तो नहीं हुआ अभी, वो खुद ही कह रहे हैं उनको अंग्रेजों ने लॉन्च किया था। वालेकुम अस्सलाम ਰਾਤੀ अंग्रेज अंग्रेज की बने हैं पहले ही अंग्रेजों का खुदा उन्होंने छुट के श्रीनगर च छुट के मारिया है उन्होंने खुदा अंग्रेजों ने launch ਮਿਰਜ਼ਾ ਕੀਤਾ ਸਾਹਿਬ ਖੁਦ ਕਹਿੰਦੇ ਨੇ ਕਿ ਮੈਂ ਅੰਗਰੇਜ਼ਾਂ ਦਾ ਜਿਹੜਾ ਹੈ ਤੇ ਉਹ ਮਤਲਬ ਮੈਂ ਉਹਨਾਂ ਦਾ ਨਹੀਂ ਆਵਾਂ ਤੇ ਤੂੰ ਈਸਾਈਆਂ ਦੇ ਖੁਦਾ ਨੂੰ ਸਮਾਨ ਤੇ ਬਿਠਾ ਕੇ ਬੈਠਾ ਹੈ। ਅੰਗਰੇਜ਼ਾਂ ਨੇ ਤੈਨੂੰ ਲਾਂਚ ਕੀਤਾ ਅਲਬੱਤਾ ਸ਼ਾਰਪ ਸ਼ੂਟਰ ਨੂੰ। ਮੇਰੀ ਗੱਲ ਆਸਟ੍ਰੇਲੀਆ ਚ ਬੈਠਾ ਹੈ ਉਹਨਾਂ ਦੀ ਗੋਦ ਦੇਖੋ ਜਾਨੂ ਮੇਰੀ ਗੱਲ ਤੇ ਸੁਣੋ ਨਾ ਜਾਨੂ ਤੈਨੂੰ ਲਾਂਚ ਕੀਤਾ ਅੰਗਰੇਜ਼ਾਂ ਨੇ ਕਿ ਤੇਰਾ ਤੂੰ ਉਹਨਾਂ ਦੇ ਖੁਦਾ ਨੂੰ ਸਮਾਨ ਤੇ ਬਿਠਾਇਆ ਅੱਛਾ ਹੈ। ਮੇਰੀ ਪਲੀਜ਼ ਇੱਕ ਗੱਲ ਤੇ ਸੁਣ ਲਓ ਨਾ ਪਲੀਜ਼ ਇੱਕ ਗੱਲ ਸੁਣੋ ਪਲੀਜ਼ ਪਲੀਜ਼ ਰਿਕੁਐਸਟ ਯੂ ਗੱਲ ਤੋਂ ਪਹਿਲੇ ਮੈਂ ਇੱਕ ਗੱਲ ਕਰ ਦਵਾਂ ਜੇ ਨਾ ਕੋਈ ਯੂਸੀ ਭਾਈ ਇੱਕ ਮਿੰਟ ਯੂਸੀ ਖਰਾਬ ਹੋਇਆ ਤੇ ਉਹ ਜ਼ਿੰਮੇਵਾਰ ਹੋਏਗਾ ਔਰ ਨਹੀਂ, ਤੂੰ ਚੁੱਪ ਕਰ ਜਾ ਯੂਸਫੀ ਨੂੰ ਬੋਲਣ ਦੇ। ਯਾਰ ਦੇਖੋ ਪੀਰ ਸਾਹਿਬ ਤੂੰ ਚਵਲਾ ਹੀ ਮਾਰਨੀ ਹੈ, ਮੈਨੂੰ ਪਤਾ ਹੈ। ਤਾਰਕ ਚੌਹਾਨ ਸਾਹਿਬ देखो मिर्जा साहब कहते ने और खुले अल्फाज में हदीसों में अंग्रेज की तारीफ आई है ਤੇ ਮੈਂ ਦੱਸੋ ਕਿਹੜੀਆਂ ਹਦੀਸਾਂ ਨੇ ਜਿੱਥੇ ਅੰਗਰੇਜ਼ਾਂ ਦੀ ਤਾਰੀਫ ਸੀਰੀਅਨ ਤੇ ਖੁੱਲੇ ਅਲਫਾਜ਼ਾਂ ਵਿੱਚ ਆਈ ਹੈ ਤੂੰ ਦੱਸ ਤੂੰ ਮਿਰਜ਼ਾ ਸਾਹਿਬ ਦੀ ਫਤਹ ਦਾ ਕਾਇਲ ਹੈ? ਕਿਹੜੀ ਫਤਹ ਦਾ ਹਾਂ ਇਹਦਾ ਮਤਲਬ ਤੂੰ ਹਰਾਮਜ਼ਾਦਾ ਹੈ। ਤੂੰ ਹੁਣ ਚੁੱਪ ਕਰ ਜਾ। ਮੈਂ ਪੁੱਛਿਆ ਕਿਹੜੀ ਫਤਹ ਦਾ मिर्जा साहब ने कहा जो मेरी फतह का कायल नहीं वो हरामजादा है, उनको चुप कर। किस किस्म की फतह कह रहे ने? खुद ही कह रहे केड़ी फतह ऐसा मतलब तू फतह का कायल नहीं है। मेरी बात सुन देखो तू फतह का कायल नहीं है ना। देखो सुनो ना वो खुद कहंदे हरामजादा हो गया हुन तू चुप कर जा।
ਗੱਲ ਤੇ ਸੁਣੋ ਨਾ ਤਾਰਕ ਚੌਹਾਨ ਸਾਹਿਬ, ਦੇਖੋ ਮੈਂ ਜਿਹੜੀ ਗੱਲ ਕਰ ਰਿਹਾ ਹੈ ਉਹ ਮੈਂ ਹੁਣੀ ਸਾਬਤ ਨਹੀਂ ਕੀਤਾ। ਦੇਖੋ ਮਿਰਜ਼ਾ ਸਾਹਿਬ ਕਹਿੰਦੇ ਨੇ ਮੈਨੂੰ ਫਤਹ ਹੀ ਨਹੀਂ ਹੋਈ, ਸ਼ੁਕਰ ਅਲਹਮਦੁਲਿल्लाह ਦੇਖਾ ਸਾਹਿਬ ਕੋ ਫਤਹ ਦਾ ਕਾਇਲ ਨਹੀਂ ਹੈ ਇਲਜ਼ਾਮ ਆ ਗਏ। ਮਿਰਜ਼ਾ ਸਾਹਿਬ ਕਹਿੰਦੇ ਨੇ ਸ਼ੁਕਰ ਹੈ ਇਲਜ਼ਾਮ ਆ ਗਏ ਮੇਰੇ ਪਾਸ। ਅੱਛਾ ਸ਼ਾਰਪ ਸ਼ੂਟਰ ਮਿਰਜ਼ਾ ਸਾਹਿਬ ਨੂੰ ਫਤਹ ਨਹੀਂ ਹੋਈ? ਮੇਰੀ ਗੱਲ ਸੁਣੋ ਨਾ, ਸ਼ਾਰਪ ਸ਼ੂਟਰ ਮਿਰਜ਼ਾ ਸਾਹਿਬ ਨੂੰ ਫਤਹ ਨਹੀਂ ਨਾ ਹੋਈ? ਓ ਯਾਰਾ ਜੀ ਤਾਰਕ ਚੌਹਾਨ ਸਾਹਿਬ ਨਹੀਂ ਹੋਈ ਕਿ ਹੋਈ? ਯਾਰ ਅਜੀਬ ਬਾਤ ਯਾਰ ਛੱਡੋ ਨਾ ਫਤਹ ਯਾਰ। ਹੋਈ ਕਿ ਨਹੀਂ ਹੋਈ? ਅੱਛਾ ਹਦੀਸਾਂ ਦੱਸੋ ਨਾ। ਅੱਛਾ ਫਤਹ ਹੋਈ ਕਿ ਨਹੀਂ ਹੋਈ ਦੱਸ। ਹਾਂ ਹਕੀਮ ਨੂਰਉਦੀਨ ਦੇ ਥਰੂ ਹੋਈ ਹੈ ਕਿਉਂਕਿ 10 ਬੱਚੇ ਉਹਨਾਂ ਦੇ ਨੇ। ਅੱਛਾ ਇਹਦਾ ਮਤਲਬ ਤੂੰ ਹਰਾਮਜ਼ਾਦਾ ਹੈ ਕਿ ਨਹੀਂ ਹੈ? ਮਤਲਬ ਕਿਸੇ ਦੇ ਥਰੂ ਹੋਈ ਹੈ ਨਾ, ਮੈਂ ਮੰਨਣਾ ਨਾ ਹਕੀਮ ਨੂਰਉਦੀਨ ਦੇ ਥਰੂ ਹੋਈ ਹੈ। ਅੱਛਾ ਮਤਲਬ ਹਕੀਮ ਨੂਰਉਦੀਨ ਦੇ ਥਰੂ ਉਹਨਾਂ ਦੀ ਫਤਹ ਹੋਈ ਹੈ। ਹਾਂ 10 ਬੱਚੇ ਪੈਦਾ ਇਹਦਾ ਤੂੰ ਮਿਰਜ਼ਾ ਸਾਹਿਬ ਦੀ ਫਤਹ ਦਾ ਕਾਇਲ ਹੈ? ਮਤਲਬ ਥਰੂ ਹਕੀਮ ਨੂਰਉਦੀਨ ਹੋਤੇ ਕਿਉਂਕਿ ਕਹਿੰਦੇ ਨੇ ਉਹ ਫਤਹ ਦਾ ਕਾਇਲ ਹੋ ਗਿਆ ਨਾ ਤੂੰ? ਕਾਇਲ ਹੋ ਗਿਆ, ਕਾਇਲ ਹੋ ਗਿਆ, ਫਤਹ ਦਾ ਕਾਇਲ ਹੋ ਗਿਆ ਨਾ ਤੂੰ ਫਿਰ? ਪਤਾ ਤਾਂ ਉਹਨਾਂ ਦੇ ਨਾਲ ਜੇ ਲਿਖੀ ਤੂੰ ਉਹਨਾਂ ਦੀ ਫਤਹ ਦਾ ਕਾਇਲ ਹੈ ਤੇ ਫਿਰ ਤੂੰ ਬਕਵਾਸ ਕਿਉਂ ਕਰ ਰਿਹਾ? ਉਹ ਫਿਰ ਤਾਂ ਖੁਦ ਫਤਹ ਦੇ ਨਾਲ ਲਿਖੀ ਖੁਦ ਹੀ ਬੰਦ ਹੋ ਜਾਣਾ ਚਾਹੀਦਾ ਹੈ। ਤੂੰ ਤੇ ਉਹਨਾਂ ਦੀ ਫਤਹ ਦਾ ਕਾਇਲ ਹੈ, ਤੂੰ ਆ ਮੰਨ ਰਿਹਾ ਹੈ। ਉਹ ਮੈਂ ਮੰਨਿਆ ਨਾ, ਦੇਖੋ ਅਮਰ ਭਾਈ ਦੀ ਅਭੀ ਗੱਲ ਹੁਣੀ ਤੂੰ ਕਿਹਾ ਤੂੰ ਫਤਹ ਦਾ ਕਾਇਲ ਹੈਗਾ ਉਹਨਾਂ ਦੀ। ਤੇ ਅਮਰ ਭਾਈ ਦੀ ਗੱਲ ਸੁਣੋ ਨਾ, ਕਹਿੰਦੇ ਨੇ ਠੀਕ ਹੈ ਮਿਰਜ਼ਾ ਸਾਹਿਬ ਦੇ ਨਾਂ ਫਤਹ ਲਿਖੀ ਗਈ ਹੈ, ਠੀਕ ਹੈ ਅਸੀਂ ਕਾਇਲ ਹੋ ਗਏ ਹਾਂ। ਠੀਕ ਹੈ ਠੀਕ ਹੈ ਅੱਛਾ ਹੁਣ ਦੱਸੋ ਇਹ ਲਾਲਸਾ ਤਾਂ ਸਾਬਤ ਹੋ ਗਿਆ। ਕਾਇਲ ਹੋ ਗਏ ਠੀਕ ਹੈ ਹਲਾਲਜ਼ਾਦੇ ਤੇ ਜੇ ਹਲਾਲਜ਼ਾਦੇ ਹੋ ਤੇ ਫਿਰ ਮਿਰਜ਼ਾ ਸਾਹਿਬ ਤੇ ਤਨਕੀਦ ਕਿਉਂ ਕਰਦੇ ਹੋ? ਕਿਉਂਕਿ ਤੁਸੀਂ ਫਤਹ ਦੇ ਕਾਇਲ ਹੋ। ਤਾਰਕ ਚੌਹਾਨ ਸਾਹਿਬ ਅੱਛਾ ਹੁਣ ਮੇਰੀ ਗੱਲ ਜਿਹਨੇ ਦੱਸੋ। ਜਿਹਨੇ ਹੋਰ ਵੀ ਹੋਣਾ ਦੱਸੋ ਆਪਣਾ ਆਪਣਾ। ਨਹੀਂ ਨਹੀਂ ਅਮਰ ਭਾਈ ਆਪਣਾ ਆਪਣਾ ਦੱਸੇ ਯਾਰ ਕੋਈ। ਦੇਖੋ ਅਸੀਂ ਤੇ ਸਾਬਤ ਹੋ ਗਏ ਹਾਂ ਲਾਲ ਦੇ, ਠੀਕ ਹੈ। ਹੁਣ ਦੇਖੋ ਮਿਰਜ਼ਾ ਸਾਹਿਬ ਕਹਿੰਦੇ ਨੇ ਕਿ ਮੈਨੂੰ ਇਲਹਾਮ हाँ ਹੋਇਆ तो ਕਿ जो तो हलालज़ादा है तो तू सुनो क्या तो- कर हजरत मिर्जा गुलाम अहमद अलैहिस्सलाम ਮੇਰੀ ਗੱਲ ਤੇ क्योंकि ਸੁਣੋ तू ਨਾ। फतह दा कायल हो गया ना उन्हां दी। ਹੁਣ ਪੂਰੀ ਗੱਲ ਤੇ ਸੁਣੋ ਨਾ ਤਾਰਕ ਭਾਈ। ओ भाई तू फिर ਡਾਇਰੈਕਟ ਫਤਹ ਦਾ ਕਾਇਲ ਹੀ ਨਾ, ਇਨਡਾਇਰੈਕਟ ਫਤਹ ਦਾ ਕਾਇਲ ਹੈ। फतह दा कायल क्या है ना असल गल है ओ जेडी ਇੰਟਰੈਕਟ ਫਤਹ ਦਾ ਕਾਇਲ ਹੈ ਮਿਰਜ਼ਾ फतह ਸਾਹਿਬ। दा कायल हो गया मजाजी फतह का कायल है ना। ए उन्हां दा पैरोकार बन गया जिल्ली। उन्हां दी फतह ਮਿਰਜ਼ਾ दा ਸਾਹਿਬ कायल ਤੱਕ ਆਵਾਂਗਾ। ਅੱਛਾ ਮੇਰੀ ਗੱਲ ਸੁਣੋ ਤਾਰਕ ਭਾਈ, ਮੇਰੀ ਗੱਲ ਸੁਣੋ। ਬਿਲ ਵਾਸਤਾ ਫਤਹ। ਹਾਂ ਉਹ ਤੇ ਚਲੋ ਉਹ ਜਿਹੜੀ- ਅੱਛਾ ਮੇਰੇ ਬਾਰੇ ਵਿੱਚ ਉਹ ਕਰ ਦਿੱਤਾ, ਕਹਿ ਦਿੱਤੀ ਇਹ ਗੱਲ। ਹੁਣ ਜਦੋਂ ਮਿਰਜ਼ਾ ਸਾਹਿਬ ਕਹਿੰਦੇ ਨੇ ਕਿ ਮੈਂ ਹਰਾਮ ਹੋਇਆ ਜੰਗਲ ਵਿੱਚ, ਮੇਰੇ ਆਸ-ਪਾਸ ਸੂਰ ਦਰਿੰਦੇ ਤੇ ਬੰਦਰ ਨੇ, ਇਸਤਦਲਾਲ ਦਿੱਤਾ ਕਿ ਦਰਿੰਦੇ ਸੂਰ ਤੇ ਬੰਦਰ ਜਮਾਤ ਅਹਿਮਦੀਆ ਦੇ ਲੋਕ ਨੇ। ਤੇ ਹੁਣ ओ ਤੁਸੀਂ ਦੱਸੋ जंगल ऑस्ट्रेलिया दा सी और बंदर और सूर तू ते तेरी ਯਾਰ औलाद थी। ਦੇਖੋ ਇਸ ਹਰਾਮ ਦੇ ਕਾਇਲ ਨਹੀਂ ਹੋ ਤੁਸੀਂ ਮਿਰਜ਼ਾ ਸਾਹਿਬ ਦੇ। हाँ तो दस रहे हैं कायल है तो तभी दस रहे हैं कि वो झूठा बंदर लाम सी। सूर तू है दसो ना, और झूठा लाम तेरे आइंदा तेरी नस्ल ਜਿਹੜੀ ਹੈ ਨਾ ਉਹ ਇੱਕ ਉਹ ਸਾਡੇ ਤੇ ਨਾ ਪਾਉਣ ਹੁਣ ਯਾਰ। ਆਸਟ੍ਰੇਲੀਆ ਦੇ ਜੰਗਲਾਂ 'ਚ ਤੁਸੀਂ ਫਿਰੋਗੇ। ਯਾਰ ਤਾਰਕ ਜਵਾਨ ਦੱਸ ਰਹੇ ਸਾਹਿਬ ਤੇ ਨਾ ਪਾਉਣਾ ਯਾਰ। ਦੇਖੋ ਇਹ ਗੱਲ ਤੇ ਸਾਡੇ ਤੇ ਨਾ ਤੁਹਾਡੇ ਪਾਉਣਾ। ਤੇ ਕਿਉਂ ਨਾ ਪਾਵਾਂ ਕਿਉਂਕਿ ਜੰਗਲ ਸੂਰ ਤੇ ਤੁਸੀਂ ਹੈਗੇ ਹੋ। ਤੁਸੀਂ ਹੁਣ ਤਾਰਕ ਭਾਈ ਦੱਸੋ ਤੁਸੀਂ ਸੂਰ ਹੋ ਦਰਿੰਦੇ ਹੋ ਜਾਂ ਬੰਦਰ ਹੋ? ਤੂੰ ਬਿਆਬਾਨਾ ਦਾ ਖੰਦੀਰ ਔਰ ਕੁੱਤੀ ਦੀ ਔਲਾਦ ਹੈ ਕਿ ਨਹੀਂ? ਮੈਂ ਜਿਹੜੀ ਗੱਲ ਪੁੱਛਣਾ ਮਿਰਜ਼ਾ ਸਾਹਿਬ ਦਾ ਦੁਸ਼ਮਣ ਹੈ ਨਾ? ਬਿਲਕੁਲ ਮਿਰਜ਼ਾ ਸਾਹਿਬ ਦਾ ਦੁਸ਼ਮਣ ਹੈ ਨਾ? ਬਿਲਕੁਲ ਦੁਸ਼ਮਣ ਹੈ। ਤੂੰ ਅਸੀਂ ਪਹਿਲੇ ਬਿਆਬਾਨ ਦਾ ਚੌਹਾਨ ਖੰਦੀਰ ਸਾਹਿਬ ਹੈ ਇਹਨੂੰ ਔਰ ਕੈਮਰਾ ਆਨ ਬਿਆਬਾਨ ਕਰਕੇ ਵਾਓ, ਇਹਨੂੰ ਕੈਮਰਾ ਆਨ ਕਰਕੇ ਵਾਓ, ਇਹਨੂੰ ਪਤਾ ਲੱਗ ਜਾਏਗਾ ਰਿਚ ਬਾਂਦਰ ਸੂਰ ਜਿਹੜਾ ਪਸੰਦ ਕਰਨਾ ਸੁ ਕਰ ਲਵੇ ਵਿੱਚ। ਕੈਮਰਾ ਆਨ ਕਰੋ, ਮੈਂ ਤੁਹਾਨੂੰ ਦੱਸਦਾ। ਇਹਦਾ ਮੂੰਹ ਬੰਦ ਹੋਵੇ। ਦੇਖੋ ਅਮਰ ਜੀ ਮੈਂ ਦੇਖੋ ਕੈਮਰਾ ਆਨ ਕੀਤੋਂ ਬਗੈਰ ਦੱਸ ਸਕਣਾ ਚੌਹਾਨ ਸਾਹਿਬ ਜਿਹੜੇ ਨੇ ਨਾ ਹਾਂ। ਇਹਨਾਂ ਦਾ ਕੋਈ 150 ਕਿਲੋ ਵਜ਼ਨ ਹੀ ਤੇ ਫੁੱਟ ਡੇਢ ਚੌੜਾ ਮੂੰਹ ਹੀ ਤੇ ਚੰਗਾ ਸਿਰ ਤੇ ਵਾਲ ਵੀ ਕੋਈ ਨਹੀਂ, ਭਾਰਾ ਜਿਹਾ ਸਿਰ ਹੀ ਤੇ ਸਾਫ ਲਾ ਲੈ ਕੀ ਨੇ। ਤੇ ਇਹਦਾ ਮਤਲਬ ਹੈ ਸੂਰ ਠੰਡਾ ਸਾਬਤ ਬਣ ਹੋ ਗਏ। ਤੇ 980 ਯੂਰੋ ਦੀ ਐਨਕ ਲਾਈ ਹੈ। ਐਨਕ ਵੀ ਲਾਈ ਹੈ। ਅੱਛਾ ਤਾਰਕ ਭਾਈ ਹਦੀਸਾਂ ਦੱਸੋ। ਦੇਖੋ ਸੀਰੀਅਸ ਗੱਲ ਹੈ, ਮਿਰਜ਼ਾ ਸਾਹਿਬ ਨੇ ਕਿਹਾ ਕਿ ਭਈ ਹਦੀਸਾਂ ਵਿੱਚ ਉਹ ਜਾ ਅੰਗਰੇਜ਼ ਤੇਰੇ ਨਾਲ ਸੀਰੀਅਸ ਗੱਲ ਕਰਨੀ ਹੈ। ਉਹ ਨਹੀਂ ਸ਼ਾਫਿਰ ਬਿਆਬਾਨ ਦੇ ਭਾਈ, ਖੰਜੀਰ ਸ਼ਾਫਿਰ ਨਾਲ। ਭਾਈ ਛੱਡੋ ਉਹਨਾਂ ਨੂੰ। ਬਿਆਬਾਨ ਦਾ ਚੌਹਾਨ- ਖੰਦੀਰ ਚੌਹਾਨ ਸਾਹਿਬ ਜੀ ਇਹ ਜਿਹੜੇ ਇਹਨਾਂ ਨੇ ਜਿਹੜੀ ਨਬੂਵਤ ਦੀ ਕਿਸਮਾਂ ਕੱਢੀਆਂ ਨੇ, ਹਾਂ ਇਹ ਤੁਹਾਡੇ ਨਜ਼ਦੀਕ ਵੀ ਇਹ ਕਿਸਮਾਂ ਹੈ ਨੇ? ਕਿਉਂਕਿ ਇਹ ਤੇ ਮਿਰਜ਼ਾ ਸਾਹਿਬ ਨੂੰ ਫਿੱਟ ਮਿਰਜ਼ਾ ਕਰਨਾ, ਇੱਕ ਸਾਹਿਬ ਨਬੀ ਖੁਦ ਤੁਹਾਨੂੰ ਦੱਸੀਆਂ ਫਿੱਟ ਕਰਦੇ ਪੈਣ। ਮਿਰਜ਼ਾ ਸਾਹਿਬ ਨੇ ਖੁਦ ਦੱਸੀਆਂ ਨੇ ਉਹ ਗੱਲਾਂ ਕਿ ਮੁਸਤਕਿਲ ਨਬੂਵਤ ਉਹ ਕਹਿੰਦੇ ਮੁਸਤਕਿਲ ਨਬੂਵਤ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਪਰ ਖਤਮ ਹੋ ਗਈ। ਉਹ ਮੁਸਤਕਿਲ ਨਬੂਵਤ ਤੋਂ ਮੁਰਾਦ ਹੈ ਤਸ਼ਰੀਹ ਨਬੂਵਤ ਤੋਂ ਮੁਰਾਦ नहीं है। लेकिन आखिर ना एक सदीके दी खिड़की जी है खुलती दी है, और जरा जी खोल के मैं दोबारा बंद कर देती है मिर्जा साहब ने कहा। नहीं मिर्जा साहब तो कह रहे हैं क़यामत तक खुली है, दिल्ली पैगंबरों का सिलसिला क़यामत देखिए तक चलेगा। तारक भाई एक सीरियस बात करते हैं। देखिए मिर्जा साहब ने मुझे इस इक़्तिबास का बताएं। मिर्जा साहब ने कहा कि भाई ये जो ज़िल्ली बरूदी और उम्मती नबूवत है ये रसूल पाक से पहले किसी को नहीं मिली, रसूल पाक के बाद मुझे मिली है, और इस पूरी उम्मत में मेरे अलावा इस नबूवत का कोई इक़्तिदार नहीं है। अब बताएं यार हम कितने जाएं? ये तुम झूठ बोल रहे हो तुम। अगर मैं क्योंकि तुम बयाबान के खिंजीर हो ना इस वक्त। अगर ये मैं इक़्तिबास पेश कर देता हूँ, चलो इक़्तिबास पेश करो, पढ़ते हैं।
नहीं अगर अच्छा नहीं भाई वाले अगर की शार्प शूटर एक मिनट यार छाड़ पेश कर पढ़ने हैं अगर ओ शार्प शूटर जी जी जानो मैं और गंडासे ना मैं गल नहीं करनी वरना ਇਹਦੀ ਚ ਫਰੋਡ ਮਿਊਟ ਲਾ ਲਓ ਤੇਰਾ ਯਾਰ ਤੁਸੀਂ ਮਿਊਟ ਲਾ ਲਓ ਸ਼ਾਨ ਸਾਹਿਬ हाँ जी ठीक है जी नहीं भाई मैं बिल्कुल शार्प शूटर ਇਹ ਲੁਧਿਆਣਾ ਚ ਇੱਕ ਮੁਬਾਹਸਾ ਹੋਇਆ ਸੀ ਉਹ ਦਿੱਲੀ ਚ ਇੱਕ ਬੰਦਾ ਟੁਰਿਆ ਸੀ ਕਦਿਆਨ ਤੂੰ ਕੋਟਲੀ ਰੱਖ ਕੇ ਦਲਾਲਾਂ ਦੀ हाँ जी ਉਹ ਬੈਂਕ ਉਸ ਮੁਨਾਜ਼ਰਾ ਕੀਤਾ ਸੀ ਤੇ ਤਰੀਕੇ ਪਰਚੇ ਦੇ ਮੁਨਾਜ਼ਰਾ ਛੋੜ ਕੇ ਆ ਰਿਹਾ ਸੀ ਪਿੱਛੇ ਲੋਕਾਂ ਬੜੇ ਆਂਗਰੇ ਸ਼ਾਰੇ ਮਾਰੇ ਸੀ ਪਤਾ ਲੱਗਾ ਕੋਈ ਡੰਡਾ ਛੰਡਾ ਵੀ ਸਾ ਚਾੜਿਆ ਗਿਆ ਸੀ ਮਰਚਾਂ ਵਾਲਾ ਉਹ ਉੱਥੇ ਦੀਆਂ ਖਬਰਾਂ ਮਿਲੀਆਂ ਮੈਨੂੰ ਪਤਾ ਲੱਗਾ ਡੰਡਾ ਛੰਡਾ ਵੀ ਚਾੜਿਆ ਗਿਆ ਸੀ ਪਿੱਛੂ ਆ ਗਿਆ ਸੀ बेबानों के खंजीर मुनाजरा तीसरे पर्चे पर छोड़कर भाग गए हैं बिल्कुल ਉਹ ਅਸਲ ਜੋ बेबानों ਦਾ ਖੰਜੀਰ ਹੋਇਆ ਸੀ ਜਿਹੜਾ ਤੀਸਰੇ ਪਰਚੇ ਤੇ ਮੁਨਾਜ਼ਰਾ ਦਿੱਲੀ ਛੋੜ ਕੇ ਭੱਜ ਆਇਆ ਸੀ ਪਿੱਛੇ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਵੀ ਨਹੀਂ ਕੀਤੀ गैरत नहीं आई सी ना ਤੁਹਾਡੇ ਕੋਲ ਕੋਈ ਸਵਾਲ ਹੈ ਕੋਈ ਚੱਜ ਦਾ ਕਰੋ ਗਾਲਾਂ ਕਰਨੀਆਂ ਤੇ ਉਹ ਫਜ਼ੂਲ ਉਹਨਾਂ ਨੇ ਮੈਂ ਆਖੜਾ ਨਾ ਮਿਊਟ ਲਾ ਲਿਆ ਉਹਨਾਂ ਨੇ ਚਾਹ ਦਾ ਸਵਾਲ ਵੀ ਅੱਛਾ, ਉਹ ਆਪਾਂ ਜਵਾਬ ਦੇਣਾ ਬੰਦਾ ਹੋਵੇ ਤਾਂ ਸਵਾਲ ਬੜੇ ਨਾ ਅਮਰ ਭਾਈ ਇਹਨਾਂ ਦਾ ਕੋਈ ਸਵਾਲ ਹੈ ਮੁਹੰਮਦ ਅਦਨਾਨ ਸਾਹਿਬ ਨੇ ਚਾਹ ਦਾ ਸਵਾਲ ਜਵਾਬ ਵਾਲਾ ਬੰਦਾ ਜੋ ਸਵਾਲ ਮੈਂ ਕਰ ਸਕਦਾ ਮੁਹੰਮਦ ਅਦਨਾਨ ਸਾਹਿਬ ਮਾਈਕ ਉਹਨੇ ਪਹਿਲਾਂ अस्सलाम वालेकुम ਵੇਖਿਆ ਕਰੋ वालेकुम अस्सलाम भाई क्या हाल है अमर भाई मिर्जा साहब अगर नबी थे उनके पास कोई मोहर नबूवत भी थी अल्लाह ताला की तरफ से अता की गई और नबूवत हाँ जी कौन सी मोहर कादियानी कोई ऐसी निशानी बयान करते हैं कि इनके पास अल्लाह ताला ने ये मोहर नबूवत भी अता निशानियां तो हैं निशान 85 तक आगे भी हैं बिल्कुल यार वो मोरे नबूवत की बात करे यूसुफ साहब निशाना की गल नहीं कर रहे ਜਦੋਂ ਰੇਤ ਤੇ ਬੰਦਾ ਬਹਿੰਦਾ ਮੋਹਰ ਲੱਗ ਹੀ ਜਾਂਦਾ ਰੇਤ ਦਾ ਜ਼ਿਕਰ ਹੈ ਮੈਂ ਮਜ਼ਾਕ ਨਹੀਂ ਕਰ ਰਿਹਾ ਰੇਤ ਦਾ ਜ਼ਿਕਰ ਹੈ ਉਸ ਸਾਰੀ ਤਹਿਰੀਰ ਵਿੱਚ ਐ ਤਲੇ ਜੱਜ ਆਇਆ ਹੋਇਆ ਇਹਨੂੰ ਮਿਊਟ ਕਰ ਦਿਓ ਮਜਾਜ਼ ਦੀ ਆਈਡੀ ਅਫੀਸ਼ ਸ਼ੇਖ ਸਾਹਿਬ ਉੱਤੇ ਆਓ ਹਾਂ ਤੁਸੀਂ ਮੇਰਾ ਖਿਆਲ ਹੈ ਤੁਹਾਡਾ ਕੰਮ ਬਣ ਗਿਆ ਚੌਹਾਨ ਸਾਹਿਬ ਹੌਲੀ ਹੌਲੀ ਤੁਹਾਡਾ ਮੌਕਫ ਮੰਨਣ ਲੱਗ ਪਏ ਨੇ ਕਹਿੰਦੇ ਮਿਰਜ਼ਾ ਸਾਹਿਬ ਤੇ ਨਬੂਵਤ ਦਾ ਦਾਅਵਾ ਕੀਤਾ ਹੀ ਕੋਈ ਨਹੀਂ ये वो लोरियों के मिर्जा साहब ने इस्लाम तो खारिज करार दे देता है बिल्कुल ਅਸਲ ਉਹ ਜਿਹੜਾ ਈਸਾ ਅਲੈਹ ਇਸਲਾਮ ਦਾ ਉਹਨਾਂ ਆਖਿਆ ਨਾ ਬਿਨ ਬਾਪ ਤੋਂ ਇਨਕਾਰ ਬਿਨ ਬਾਪ ਕੇ ਜੋ ਬੇੜਾ ਨਾਮ ਨਜ਼ਰ ਕਰ ਲਿਆ ਉਹ ਜੋ ਨਬੂਵਤ ਦਾ ਦਾਅਵਾ ਜਿਹੜਾ ਇਹ ਨਹੀਂ ਮੰਨਦੇ ਉਹਦੇ ਤੁਸੀਂ ਇਹਨਾਂ ਨੂੰ ਹੱਕ हाँ ਬੁਝਾਉਂਦੇ नबी वो है ही नहीं थी मिर्जा साहब नबी आ ही नहीं सकता इन्नहु ला नबी आबादी सयकूनु खुलफाउ फयक्सरून कोई नबी नहीं आ सकता ਚਲੋ ਇੱਕ ਗੱਲ ਤੇ ਤੁਹਾਡਾ ये ਰਾਜ਼ੀਨਾਮਾ ਹੋ ਗਿਆ नबूवत पर लानत भेजते हैं लानत ਹੁਣ ਜੋ ਬੇੜਾ ਗਰਕ ਹੋ ਗਿਆ ਜਿਹੜਾ ਇਹਨਾਂ ਨੇ ਬਿਨ ਬਾਪ ਨਹੀਂ ਮੰਨਿਆ ਈਸਾ ਅਲੈਹ ਇਸਲਾਮ ਨੂੰ ਉਹਦੀ ਵਜ੍ਹਾ ਤੋਂ ਦਾਇਰਾ ਇਸਲਾਮ बेड़ा गर्क हो गया और एक और बेड़ा गर्क हो गया कि मिर्जा हदीस मुजद्ददीन का इन्होंने इनकार करता है इन्होंने क्या होर किसी मुजद्दद ने नहीं आना हुण बस मिर्जा साहब की मुजद्ददीयत ही चलनी है ये हदीस मुजद्ददीन के मुनकर ने इसलिए फासिक लोग ने अच्छा हफीज शेख ये भी मुजद्दद नहीं नहीं कर- नहीं हम अच्छा मेरी गल सुनो हफीज शेख मैंने कहने लगा नहीं हम मानते हैं मुजद्ददियत जारी है मैंने कहा अच्छा ठीक है ये तो बहुत अच्छी बात है मैंने कहा अच्छा बताओ 15वीं सदी का मुजद्दद कौन है कहता अभी मैं तहकीक कर रहा हूँ मैंने कहा 40 साल तो गुजर गए तो तहकीक कर रहे हैं तो मतलब ਅੱਛਾ ਇਹ मिर्जा ਬਣ साहब ਗਿਆ की बात ਕਿ किसे मुजद्दद नहीं ਮੁਜੱਦਦ मानते। ਆ ਸਕਦਾ ਹੈ ਸਿੱਧੀ ਦਾ हाँ जी वही है ना ਇਹ ਕਹਿੰਦੇ ਨੇ ਮੁਜੱਦਦ ਆ ਸਕਦਾ ਹੈ ਮਗਰ ਆਏਗਾ ਨਹੀਂ ਜਿਵੇਂ ਮਰਜ਼ਾਈ ਕਹਿੰਦੇ ਨੇ ਨਬੀ ਆ ਸਕਦਾ ਹੈ ਮਗਰ ਆਏਗਾ ਨਹੀਂ ਇਹ ਦੋਨੋਂ ਇੱਕੋ ਜਿਹੀ ਥੈਲੀ ਦੇ ਚੱਟੇ ਬੱਟੇ ਨੇ ਨਹੀਂ ਇਹਨਾਂ ਨਾਲ ਕੋਈ ਕਰੋਲਾ ਲਾਓ ਤੁਹਾਡਾ ਜਿਹੜਾ ਨਾ ਕੰਮ ਬਣ ਜਾਣਾ ਹੈ ਨਹੀਂ ਥੋੜ੍ਹਾ ਇਹ ਬਹੁਤਾ ਨਾ ਇਹਨਾਂ ਨਾਲ- ਫਾਸਿਕੀਨ ਨੇ ਇਹਨਾਂ ਨਾਲ ਸਾਡਾ ਕੋਈ ਨਹੀਂ ਰਲਦਾ ਨਾ ਮਰਜ਼ਾਈਆਂ ਨਾਲ ਲੋਰੀਆਂ ਨਾਲ ਇਹ ਦੋਨੋਂ ਫਾਸਿਕੀਨ ਗਰੋਹ ਨੇ ਪਰ ਇਹਨਾਂ ਦੇ ਤੁਸੀਂ ਕਰੀਬ ਹੋ ਨਾ ਨਬੂਵਤ ਦੇ ਦਾਅਵੇ ਦੇ ਮਾਮਲੇ ਚ हाँ करीब से हैं ऐसे कोई शक नहीं करीब से बिल्कुल है क्योंकि है भी उन्होंने मुस्लिम मौलवी नहीं मानते और मिर्जा साहब दी नू मुजद्दद मानते ने और वो मुजद्दद ही सी ਖਿਲਾਫਤ लेकिन अगो हदीस मुजद्ददीन के मुनकर हो जाते हैं ना इस वजह नाल फासिक ने अगर लोरिया ने कोई मुजद्दद खड़ा किया ना भावें किसी ने भी कहते जी हमारा ये मुजद्दद है तो हदीस मुजद्ददीन दे तक कम से कम मुनकर ना होंगे फिर तो शख्सियत का रौला सी हदीस मुजद्ददीन दे ए मनन वाले होंगे ਉਹਨਾਂ ਦਾ ਤਾਂ ਕੋਈ ਮੁਜੱਦਦ ਨਹੀਂ ਨਾ ਉਹ ਕਹਿੰਦੇ ਨੇ ਕਿਸੇ ਨੇ ਜੇ ਆਣਾ ਚੌਹਾਨ ਸਾਹਿਬ ਜੇ ਉਹ ਕਹਿ ਦੇਣ ਵੀ ਇਹ 40 ਸਾਲ ਗੁਜ਼ਰੇ ਨੇ 60 ਸਾਲ ਤੇ ਬਾਕੀ ਨੇ ਨਾ ਉਹ ਸਦੀ ਦੇ ਸਿਰ ਤੇ ਜਾ ਕੇ ਆ ਜਾਏਗਾ ਮੁਜੱਦਦ हाँ तो फिर 15वीं सदी तो खत्म होगी ना फिर वो 16वीं सदी से मुजद्दद होएगा
मेरे 15वीं सदी मतलब ये में 7 साल बाद हदीस मुजद्ददीन दे मुनकिर फासिक हो गए। ਇਹ ਉਹਨੂੰ ਮੁਜੱਦਦ ਬਣਾ ਲੈਣ ਤੇ ਫਿਰ ਠੀਕ ਹੈ। ਉਹ ਜਿਹੜਾ ਕੀ ਨਾਂ ਸੀ ਉਹਦਾ ਜਿਹੜਾ ਗਿਆ ਸੀ ਉੱਥੇ ਅਸੈਂਬਲੀ 'ਚ, मैं कहता किसी को भी ताहिर कादरी को कह दे लाहौरी वो हमारा मुजद्दद है, कम से कम फासिकीन नहीं होंगे, फिर कम से कम हदीस मुजद्ददीन तो मुनकर नहीं ना होंगे। आओ शेख साहब उत्ते आओ, फर्क सिर्फ इतना होएगा कि मिर्जा साहब ने कहा है कि अब मेरे बाद ना कोई इमाम है ना कोई मसीह, मगर वो जो मेरे दिल के तौर पर होगा। ऐसे ताहिरुल कादरी मिर्जा साहब का दिल नहीं हो सकता। फिर ਜੀ ਚੌਹਾਨ ਸਾਹਿਬ ਇੱਕ ਹੋਰ ਸਵਾਲ ਇਹ ਥੇ ਕਿ ਜਿਹੜਾ 14ਵੀਂ ਸਦੀ ਦਾ ਮੁਜੱਦਦ ਸੀ ਤੇ ਜੀ। ਉਹਨੇ ਤਜਦੀਦ ਕਰ ਦਿੱਤੀ, ਲੇਕਿਨ 14ਵੀਂ ਸਦੀ ਦੇ ਮੁਜੱਦਦ ਨੂੰ ਇਹ ਪਤਾ ਸੀ 13ਵੀਂ ਤੇ 12ਵੀਂ ਦਾ ਕਿਹੜਾ ਮੁਜੱਦਦ? हाँ जी, उन्होंने ਜਿਹੜੇ ਸੀ हजरत सैयद अहमद बरेलवी शहीद, वो 12वीं सदी ਦੇ 12ਵੇਂ इमाम ਸੀ। ਪਤਾ ਸੀ ਕਿ ਮੈਂ 13वीं सदी ਦੇ ਸੀ। 12ਵੀਂ ਉਹ ਸ਼ਾਹ 13ਵੀਂ ਵਲੀ ਸਦੀ। ਅੱਲਾ ਸੀ ਨਾ। हजरत शाह वली अल्लाह थी, मुजद्दद अल-अफसानी थी, हजरत अब्दुल कादिर जिलानी थी। ਉਹਨਾਂ ਨੇ ਐਲਾਨ ਕੀਤਾ ਕਿ ਮੈਂ ਮੁਜੱਦਦ ਹਾਂ। ਪਤਾ ਨਹੀਂ ਉਹ ਤੁਸੀਂ ਦੇਖੋ, ਤੁਸੀਂ ਤੇ ਪੁੱਛ ਰਹੇ ਹੋ ਹੁਣੀ ਕਿ ਕਿਹੜੇ ਸੀ, ਉਹਨੂੰ ਦੱਸਿਆ ਤੇ ਮੈਨੂੰ ਐਲਾਨ ਕੀਤਾ ਹੈ ਨਹੀਂ ਕੀਤਾ, ਉਹ ਤੁਸੀਂ ਖੁਦ ਦੇਖੋ, ਤੁਹਾਨੂੰ ਨਹੀਂ ਉਹਦਾ ਕੋਈ ਮਸਲਾ, ਕਿਉਂਕਿ ਮਿਰਜ਼ਾ ਸਾਹਿਬ ਨੇ ਕਿਹਾ ਮੈਂ ਆਪਣੀ ਸਦੀ ਦਾ ਜ਼ਿੰਮੇਦਾਰ, ਬਾਕੀਆਂ ਦਾ ਹਿਸਾਬ ਅਸੀਂ ਨਹੀਂ ਲਗਾਉਣਾ। ਬਸ ਇੰਨਾ ਹੀ ਕਾਫੀ ਹੈ ਕਿ 8 ਸਦੀ ਤੋਂ ਮੁਜੱਦਦ ਆਇਆ। ਨਬੂਵਤ ਵੀ ਨਾ ਆਪਣੀ ਜਿਹੜੀ ਹੈ ਨਾ ਉਹਦਾ ਬੰਦੋਬਸਤ ਕੀਤਾ, ਬਾਕੀ ਨਬੂਵਤ ਬੰਦ ਹੈ, ਮੰਨਦੇ ਨੇ ਮਿਰਜ਼ਾ ਸਾਹਿਬ। नहीं, नबूवत से जारी नहीं है, मुजद्ददीन का सिलसिला है। ਨਬੂਵਤ ਬੰਦ ਹੈ, ਮੰਨਦੇ ਨੇ ਨਾ ਮਿਰਜ਼ਾ ਸਾਹਿਬ। ਸਿਰਫ ਆਪਣੀ ਨਬੂਵਤ ਦਾ ਜਿਹੜਾ ਨਾ ਸਿੱਧਾ ਪਤਰਾ ਕੀਤਾ ਬਈ ਉਹ ਮੁਜੱਦਦ ਦੀ ਸੀ। नहीं नहीं, वो अपनी नबूवत ही वो यही कह रहे हैं, दिल्ली बरूदी नबूवत है, बल्कि वो कह रहे हैं नबूवत दा नबी नबी क्या ही ना करो, मैनू काम कर फट पैंदा है, वो तो एक बात साफ साफ कह रहे हैं। ਤੇ ਸ਼ਾਹ ਵਲੀ ਉੱਲਾ ਚਸ਼ਮੇ 'ਚ ਪਾਣੀ ਛਾਣੀ ਪੀ ਕੇ ਨਾ, ਜੀ ਜੀ ਮੈਂ ਪਿਆ ਕਹਿਣਾ ਕਿ ਚਸ਼ਮੇ 'ਚ ਪਾਣੀ ਪੀ ਕੇ ਚਾਦਰ ਦੀ ਬੁੱਕਲ ਮਾਰ ਕੇ ਤੇ ਉਹ ਆਪ ਨਬੀ ਨੂੰ ਵੀ ਬਣ ਗਏ ਨੇ, ਲੇਕਿਨ ਉਹਨਾਂ ਇਹ ਨਹੀਂ ਆਖਿਆ ਕਿ ਹੁਣ ਨਬੂਵਤ ਜਾਰੀ ਹੋ ਗਈ ਹੈ। ਇਸ ਤਰ੍ਹਾਂ ਦੀ ਕੋਈ ਗੱਲ नहीं, उन्होंने कहा जिल्ली नबूवत का सिलसिला कयामत तक जारी है। और आमिर नज़ीर साहब झूठ बोल के तुहानू की फायदा है? ਤੁਸੀਂ ਐਨੀ ਰੂਹਾਨੀ ਖਜ਼ਾਨ ਪੜ੍ਹੇ ਫਿਰ ਵੀ ਤੁਸੀਂ ਝੂਠ ਬੋਲਦੇ, ਮੈਨੂੰ ਸਮਝ ਨਹੀਂ ਆਉਂਦੀ ਕੀ ਤੁਹਾਨੂੰ ਮਤਲਬ ਕੋਈ ਤੁਸੀਂ ਜੋਟ ਮਿਲ ਜਾਣਗੇ ਜਾਂ ਕੋਈ ਤੁਹਾਨੂੰ ਕੋਈ ਗਿਫਟ ਮਾਰ ਦੇਗਾ ਝੂਠ ਬੋਲ ਕੇ? ਉਹ ਗੰਡਾਸੇ ਚ ਝੂਠਦਾ ਯਾਰ। ਮੈਂ ਆਮਿਰ ਨਜ਼ੀਰ ਨਾਲ ਗੱਲ ਕਰ ਰਿਹਾ। ਅੱਛਾ ਠੀਕ ਹੈ ਜੀ, ਜਾਰੀ ਮੈਂ ਵੀ ਅਮਰ ਜੀ ਦਾ ਬੰਦ ਵੀ ਮੰਨੀ ਨੇ ਨਾ। ਅਮਰ ਭਾਈ ਗੱਲ ਇੰਜ ਨਾ, ਅਮਰ ਭਾਈ ਗੱਲ ਤੋਂ ਬੜੀ ਪਤੇ ਨਹੀਂ ਦੱਸਨੇ ਆ। ਬਿਆਨ ਇਹ ਵੇ ਕਿ ਦਿੱਲੀ ਨਬੂਵਤ ਕਿਆਮਤ ਤੱਕ ਜਾਰੀ ਹੈ ਤੇ ਇਸ ਨਬੂਵਤ ਦਾ ਆਖਰੀ ਖਲੀਫਾ ਜਿਹੜਾ ਨਾ ਉਹ ਮਸੀਹ ਮਊਦ ਹੈ। ਠੀਕ ਹੈ, ਹੁਣ ਸਵਾਲ ਇਹ ਵੇ ਕਿ ਅਗਰ ਮਿਰਜ਼ਾ ਸਾਹਿਬ ਮਸੀਹ ਮਊਦ ਹੈ ਤਾਂ ਇਸ ਤੋਂ ਬਾਅਦ ਕਿਆਮਤ ਹੈ, ਤੇ ਜੇ ਕਦੇ ਉਸ ਤੋਂ ਬਾਅਦ ਖਲੀਫੇ ਆਣੇ ਨੇ ਆਖਰੀ ਗਾਸੀ ਨਾ ਉਹ ਮਸੀਹ ਮਊਦ ਹੋਸੀ। ਮਿਰਜ਼ਾ ਸਾਹਿਬ ਦਾਅਵੇ ਮਸੀਹ ਤੇ ਝੂਠੇ ਨੇ। ਇਹ ਗੱਲ ਜੇ ਸਿੱਧੀ ਜੀ ਕਿਆਮਤ ਦੇ ਕਰੀਬ ਜੋ ਆਖਰੀ ਖਲੀਫਾ ਅਸੀਂ ਨਾ ਉਹ ਸੀ ਮਸੀਹ ਮਊਦ। ਉਹ ਇਹਨਾਂ ਤੋਂ ਬਾਅਦ ਹੁਣ ਕੱਖ ਵੀ ਨਹੀਂ। ਉਹ ਆਂਦੇ ਨੇ ਸਭ ਨੂਰਾਂ ਚੋਂ ਆਖਰੀ ਨੂਰ ਮੈਂ ਆ, ਸਭ ਰਾਹਾਂ ਚੋਂ ਆਖਰੀ ਰਾਹ ਮੈਂ, ਮੇਰੇ ਬਾਅਦ ਹੁਣ ਹਨੇਰਾ ਹੀ ਹਨੇਰਾ ਹੈ। नहीं, वो तो हज़रत ईसा अलैहिस्सलाम ने भी क्या थी, तो क्या राह बंद होगी भी? जो कोई मुरसल आता है वो अपने वक्त की आखिरी राह होता है, जब तक अगला ना आए। ये ऐसी हमेशा होता है। ਤੁਹਾਡੇ ਲੋਕਾਂ ਨੂੰ ਇੰਨੀ ਅਕਲ ਨਹੀਂ ਹੈਗੀ, ਉਹ ਕੀ ਕਰੀਏ ਅਸੀਂ? ਅੱਛਾ, ਵੈਸੇ ਇਹ ਬੜੀ ਗੱਲ ਹੈ ਕਿ ਜਿਹੜਾ ਹੁਣ ਮੁਜੱਦਦ ਆਇਆ ਬਕੌਲ ਤੁਹਾਡੇ, ਉਹਨੇ ਆ ਕੇ ਕਿਹਾ ਮੇਰੇ ਤੋਂ ਪਹਿਲਾਂ ਜਿਹੜਾ ਮੁਜੱਦਦ ਸੀ ਉਹਨੂੰ ਗਲਤੀ ਲੱਗੀ, ਉਹਨੇ ਆਪਣੇ ਆਪ ਨੂੰ ਇਬਨ ਮਰੀਮ ਕਹਿ ਦਿੱਤਾ, ਉਹ ਗਲਤੀ ਤੇ ਸੀ। ਜੀ ਬਿਲਕੁਲ ਗਲਤੀ ਲੱਗ ਸਕਦੀ ਹੈ ਇਸੀ ਗੱਲ ਠੀਕ ਹੈ ਵੀ ਇਹ ਗਲਤ ਕਰ ਰਿਹਾ, ਉਸੇ ਵਾਲਿਆਂ ਕੋਰਟ ਕਰ ਰਿਹਾ ਨਾ। ਅੱਛਾ ਅੱਛਾ ਅੱਛਾ, ਖਲੋ ਜਾ ਇੱਕ ਮਿੰਟ। ਨਹੀਂ ਭਾਈ ਫਸ ਗਏ ਨੇ ਚੌਹਾਨ ਸਾਹਿਬ। ਅਫੀਸ਼ ਸ਼ੇਖ ਦਾ ਮਾਈਕ ਪੁੱਟੋ, ਤੁਹਾਡਾ ਕੰਮ ਬਣ ਗਿਆ। ਹਾਂਜੀ ਹਾਂਜੀ, ਜੇ ਮਿਰਜ਼ਾ ਸਾਹਿਬ ਨੇ ਇਹ ਗਲਤੀ ਕੀਤੀ ਏ ਜਿਹੜੀ ਤੁਸੀਂ ਤੇ ਬਿਆਨ ਕਰਦੇ ਹੋ, ਹਾਂ, ਤੇ ਜੇ ਅਫੀਸ਼ ਸ਼ੇਖ ਕਹਿ ਦੇਵੇ ਕਿ ਮਿਰਜ਼ਾ ਸਾਹਿਬ ਨੇ ਗਲਤੀ ਕੀਤੀ ਹੈ ਈਸਾ ਅਲੈਹਿਸਸਲਾਮ ਨੂੰ ਬਿਨ ਬਾਪ ਮੰਨ ਕੇ, ਤੇ ਕੀ ਫਰਕ ਪੈਂਦਾ? हाँ ठीक है, फीशे के कह दे, लेकिन ਉਹਦੇ ਲਈ ਉਹਨੂੰ ਕਹਿਣਾ ਪਏਗਾ ਕਿ ਮੈਂ ਖੁਦਾ ਤਾਲਾ ਤੋਂ ਇਲਹਾਮ ਯਾਫਤਾ ਔਰ ਮਾਮੂਰ ਹਾਂ, ਫਿਰ ਤੇ ਉਹ ਕਹਿ ਸਕਦਾ ਹੈ। ਜੇ ਐਵੇਂ ਕੋਈ ਟੌਮ ਟਿਕੋ ਤੁਸੀਂ ਸਾਰਾ ਦਿਨ ਮਿਰਜ਼ਾ ਸਾਹਿਬ ਦੇ ਮੁਤਲਕ ਗੰਦ ਬਕਦੇ ਰਹਿੰਦੇ ਹੋ, ਉਹਦੇ ਨਾਲ ਕੋਈ ਫਰਕ ਪੈਂਦਾ? ਅਸੀਂ ਤੇ ਆਈ ਮੁਨਕਰ ਆ ਨਾ, ਅਸੀਂ ਤੇ ਉਹਨਾਂ ਦੇ ਆਈ ਮੁਨਕਰੇ ਤੇ ਮਿਰਜ਼ਾ ਇਹ ਵੀ ਮੁਨਕਰ ਹੀ ਹੈ, ਇਸਲਾਮ ਤੋਂ ਖਾਰਜ ਹੈ ਲੋਰੀ। ਨਹੀਂ ਇਹ ਨਹੀਂ ਖਾਰਜ, ਉਹ ਆਦਮੀ ਹੈ ਕਿ ਉਹਦਾ ਦਾਵਾ ਤੇ ਇਲਹਾਮ ਦਾ ਯਾਰ। ਜਿਸ ਤਰ੍ਹਾਂ ਮਿਰਜ਼ਾ ਸਾਹਿਬ ਨੂੰ ਆਪਣੇ ਦਾਅਵੇ ਦੇ ਬਾਰੇ ਗਲਤੀ ਲੱਗੀ ਹੈ ਇਬਨ ਮਰੀਮ, ਤੁਸੀਂ ਕਹਿੰਦੇ ਹੋ ਕਿ ਉਹਨਾਂ ਨੂੰ ਗਲਤੀ ਲੱਗੀ ਹੈ, ਐਸੇ ਤਰ੍ਹਾਂ ਜੇ ਫੀਸ਼ੇ ਕਹਿ ਦੇ ਕਿ ਈਸਾ ਅਲੈਹਿਸਸਲਾਮ ਦੇ ਬਿਨ ਬਾਪ ਹੋਣ ਦੇ ਬਾਰੇ ਉਹਨਾਂ ਨੂੰ ਗਲਤੀ ਲੱਗ ਗਈ ਹੈ,
ਹਾਂ ਕੀ ਫਰਕ ਪੈਣ ਲੱਗਾ ਹੈ? ਤੁਸੀਂ ਕਹਿ ਸਕਦੇ ਹੋ, ਇਹ ਤੇ ਨਹੀਂ ਕਹਿ ਉਹ ਕਹਿ ਸਕਦੇ। ਦੇ, ਉਹ ਕਹਿ ਦੇ, ਕੋਈ ਫਰਕ ਨਹੀਂ ਪਏਗਾ, ਉਹ ਕਹਿੰਦਾ ਰਹੇ। ਫੀਸ਼ੇ ਕਹਿ ਦੇ ਜਲਦੀ ਜਲਦੀ ਮਾਈਕ ਪੁੱਟ ਕੇ, ਹਾਂ ਜਲਦੀ ਕਹਿ ਜਲਦੀ ਦੇ, ਕਰ। ਕਹਿ ਦੇ ਬਈ ਬੇਸ਼ੱਕ ਮੈਨੂੰ ਖੁਦਾ ਸਾਹਿਬ। ਵੱਲੋਂ ਇਲਹਾਮ ਹੋਇਆ ਹੈ ਕਿ ਹਜ਼ਰਤ ਈਸਾ ਬਿਨ ਬਾਪ ਨਹੀਂ ਸੀ। कल ਮਿੰਟ ਮੀਲ ਕਰੋ ਫੀਸ਼ੇ ਸਾਹਿਬ। नहीं नहीं देखो इंज ना करो, तुसी मेरे मुंह आना है हाँ जी मिर्जा साहब। ਫੀਸ਼ੇ ਸਾਹਿਬ ਤੁਸੀਂ ਕਹਿ ਦਿਓ ਕਿ ਮੈਨੂੰ ਖੁਦਾ ਵੱਲੋਂ ਇਲਹਾਮ ਹੋਇਆ ਹੈ ਕਿ ਹਜ਼ਰਤ ਈਸਾ ਬਾਪ ਦੇ ਇਲਹਾਮ ਨਾਲ ਨੂੰ ਛੱਡੋ, ਕੀਤੀ ਤੇ ਗਲਤੀ ਨਾ ਮਿਰਜ਼ਾ ਸਾਹਿਬ ਨੇ ਨਹੀਂ ਇਲਹਾਮ ਮੈਨੂੰ ਦੀ ਗੱਲ ਆ ਹੋ ਕੇ- ਰਹੀ ਹੈ, ਹੋਰ ਕਿਤੇ ਮਿਰਜ਼ਾ ਸਾਹਿਬ ਨੇ ਇਲਹਾਮ ਨਾਲ ਹੀ ਕਿਹਾ, ਜੱਬਾ ਸਾਹਿਬ ਨੇ ਵੀ ਇਲਹਾਮ ਨਾਲ ਕਿਹਾ, ਹਫੀਜ਼ ਸ਼ੇਖ ਵੀ ਇਲਹਾਮ ਨਾਲ ਕਹਤੇ। नहीं मैनू तो इल्हाम होंदा ही नहीं, मैं तो दावा ही नहीं कीता कि मैनू हाँ तो बस सुन लिया जी ਇਲਹਾਮ आपने ਨਾਲ कि ਕਿਹਾ, ਇਲਹਾਮ ਨਾਲ ਕਿਹਾ ਮਿਰਜ਼ਾ ਸਾਹਿਬ ਨੇ ਵੀ ਈਸਾ ਅਲੈਹਿਸਸਲਾਮ ਦੇ ਬਾਪ ਨੇ। एक हाँ जी, इल्हाम नल नहीं किया। नहीं 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 कोई नहीं किया इल्हाम, नहीं कहा, कहीं भी नहीं कहा कि मुझे इल्हाम हुआ है हजरत ईसा बिन बाप है। हाँ बिल्कुल इल्हाम हुआ है ਬਗੈਰ सारा। ਇਲਹਾਮ ਤੂੰ ਟੇਵੇ ਨਾਲ ਕਿਹਾ, ਟੇਵੇ ਨਾਲ, ਟੇਵੇ ਨਾਲ। हाँ वो जिस तरह आम मुसलमाना था टीवी ना हाँ हर किसी का हफीज शेख साहब क्या बात करते हैं यार। और भी- मिर्जा साहब ने उसको बकायदा अपनी सदाकत का निशान बनाया है कि वो भी बगैर बिन बाप पे से, मेरा बाप भी कोई कुरैशी नहीं है। ਨਿਸ਼ਾਨ ਤੋਂ ਹਰਸ਼ਾ ਨੂੰ उन्होंने तो निशान बनाया है उसको अपनी सदाकत नहीं का। नहीं 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 चौहान साहब ऐसे ना करो। नहीं 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 क्यों? नहीं 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 किस चीज से सदाकत, अपनी नबूवत की सदाकत ਜਦੋਂ ਤੁਸੀਂ ਇੱਥੇ ਹੀ ਰਹਿਣਾ ਹੈ, ਤੁਸੀਂ ਇਸਲਾਮ ਤੋਂ ਖਾਰਜ ਹੋ ਚੁੱਕੇ ਹੋ ਔਰ ਤੁਸੀਂ ਉਹਦੇ ਤੇ ਖੁਸ਼ ਹੋ ਬੜੇ। ਗੱਲ ਇਹ ਵੇ ਕਿ ਉਹਨਾਂ ਨੇ ਕਿਸ ਚੀਜ਼ ਦੇ ਆਪਣੀ ਸਦਾਕਤ ਦਾ ਨਿਸ਼ਾਨ ਬਣਾਇਆ, ਆਪਣੀ ਨਬੂਵਤ ਦੀ ਸਦਾਕਤ ਦਾ, ਮਸੀਹ ਹੋਣ ਦੀ ਸਦਾਕਤ ਦਾ ਮਸੀਹ ਹੋਣ ਦੀ। ਔਰ ਆਪਣੀ ਮੁਸ਼ਾਬਤ ਮੁਮਾਸਲਤ ਦੱਸੀ ਹੈ ਉਹਨਾਂ ਨਾਲ। अच्छा उन्होंने ने किथे लिखा है कि ये मेरा इलाही इल्हाम है कि हजरत ईसा बिन बाप थे, अल्लाह ताला ने मुझे इल्हाम में बताया, इल्हामन। सारी बातें उनकी इल्हाम है, उन्होंने लिखा हुआ है हसीस साहब अलैहिस्सलाम की तरफ चौहान सारी साहब, बातें चौहान इल्हाम साहब से। एक इबारत पढ़ देना वा मैं शेख साहब वास्ते जी जी। मसीह मऊद कह के मसीह हजरत मसीह के बेबाप पैदा होने के मुतल्लिक जिक्र था। हमारा ईमान और इत्तेकाद यही है कि हजरत मसीह अलैहिस्सलाम बिन बाप थे और अल्लाह ताला को सब ताकतें हैं। नेचरी जो ये दावा करते हैं कि उनका बाप था तेजरी वो या लाहौरी? नहीं, उस वक्त नेचरी थे ना जी, उस वक्त लोरी नहीं थे। तो उनका बाप था, वो बड़ी गलती पर हैं। ऐसे लोगों का खुदा मुर्दा खुदा है और ऐसे लोगों की दुआ कबूल नहीं होती हाँ जो ये ख्याल करते हैं कि अल्लाह ताला किसी को बेबाप पैदा नहीं कर सकता। हम ऐसे आदमी को दायरा इस्लाम से खारिज समझते हैं। खारिज समझते गलती हैं, लाहौरी खारिज हो ਮਿਰਜ਼ਾ ਸਾਹਿਬ ਨੇ ਗਲਤੀ ਮਿਰਜ਼ਾ ਸਾਹਿਬ ਕਹਿ ਦਿਓ ਨੂੰ ਫੀਸ਼ੇ ਸ਼ੇਖ ਸਾਹਿਬ, ਮਿਰਜ਼ਾ ਸਾਹਿਬ ਨੂੰ ਗਲਤੀ ਲੱਗੀ ਹੈ। ਇਹ ਗੱਲ ਸਿਰਫ ਬਿਨ ਬਾਪ ਤੇ ਹੀ ਅਪਲਾਈ ਹੋਣੀ ਜਾਂ ਮਸੀਹ ਦਾ ਇਸਲਾਮ ਨੇ ਅਸਮਾਨ ਤੇ ਜਾਣਾ ਤੇ ਵੀ ਅਪਲਾਈ ਹੋ ਸਕਦੀ ਹੈ? ਉਹ ਬਾਅਦ ਚ ਗੱਲ ਤੇ ਕੁਦਰਤ ਨਹੀਂ ਹੈ ਨਾ। ਪਹਿਲਾਂ ਇਹ ਗੱਲ ਖੁੱਲਣ ਦਿਓ ਵੀ ਮਿਰਜ਼ਾ ਸਾਹਿਬ ਕੋ ਗਲਤੀ ਹੋਈ ਹੈ ਫੀਸ਼ੇ ਸ਼ੇਖ ਸਾਹਿਬ। ਉਹ ਗੱਲ ਤੇ ਸੁਣੋ ਨਾ ਅਮਰ ਅਲੀ ਸਾਹਿਬ, ਤੁਸੀਂ ਸਿਰਫ ਇੱਕ ਗੱਲ ਮੇਰੇ ਮੂੰਹੋਂ ਕਢਾਉਣਾ ਚਾਹੁੰਦੇ ਹੋ ਕਿ ਮੈਂ ਕਹਿ ਦਵਾਂ ਹਾਂ ਹਾਂ ਮਿਰਜ਼ਾ ਸਾਹਿਬ ਤੇ ਫਿਰ ਫਾਇਲ ਲੱਗੋ ਗੈਰ ਮੁਸਲਮ ਖੋ ਮਿਰਜ਼ਾ ਸਾਹਿਬ ਦੇ ਤੂੰ ਮੈਂ ਤੇ ਤੁਹਾਨੂੰ ਬਚਾਉਣ ਲੱਗੇ ਆ। ਉਹ ਕਹਿੰਦੇ ਤੁਸੀਂ ਗੈਰ ਮੁਸਲਮ ਆ। ਫਿਰ ਨਹੀਂ ਗੱਲ ਹੈ ਇਹ ਕਿ ਮੈਂ ਤੇ ਕਈ ਵਾਰੀ ਇਹ ਗੱਲ ਕੀਤੀ ਹੈ ਕਿ ਮੈਂ ਅਗਰ ਤੇ ਮਿਰਜ਼ਾ ਸਾਹਿਬ ਨੂੰ ਨਬੀ ਮੰਨਾਂ ਫਿਰ ਕਵਾਂਗਾ ਉਹਨਾਂ ਦੀ ਕੋਈ ਗੱਲ ਗਲਤ ਨਹੀਂ ਹੋ ਸਕਦੀ ਜਾਂ ਕੋਈ ਗਲਤੀ ਦਾ ਇਤਮਾਲ ਨਹੀਂ ਹੋ ਸਕਦਾ। ਮਿਰਜ਼ਾ ਸਾਹਿਬ ਨਬੀ ਹੈ ਹੀ ਨਹੀਂ, ਹੋ ਸਕਦਾ ਹੈ ਨਾ, ਮਿਰਜ਼ਾ ਸਾਹਿਬ ਨਬੀ ਹੈ ਹੀ ਨਹੀਂ। ਹੋ ਸਕਦਾ ਹੈ। ਔਰ ਉਹਨਾਂ ਨੇ ਕਿਹਾ ਹੈ ਉਹਨਾਂ ਕੋਲ ਗਲਤੀ ਹੋ ਨਾ ਸਕਦੀ ਮਿਰਜ਼ਾ ਹੈ ਸਾਹਿਬ ਨਾ। ਨਬੀ ਹੈ ਨਾ, ਉਹਨਾਂ ਤੇ ਈਮਾਨ ਲਿਆਣਾ ਜ਼ਰੂਰੀ ਹੈ। ਤੁਹਾਡਾ ਈਮਾਨ ਉਹਨਾਂ ਨੇ ਕਿਹਾ ਗੱਲ ਸੁਣੋ, ਮਿਰਜ਼ਾ ਸਾਹਿਬ ਜੋ ਮਰਜ਼ੀ ਇੱਕ ਕਹਿੰਦੇ ਮਿੰਟ ਫਿਰ ਹੈ ਜੋ चौहान साहब एक मिनट है जो एक मिनट है। ਇਹਨੇ ਮੁਫਤੋ ਮੁਫਤੀ हजरत ਪਿੰਡ साहब ਕਰਾਈ ਹੈ ने कहना ਬਗੈਰ कि मैं अपने तमाम इल्हाम में से उन इल्हाम की तस्दीक करता हूँ जिनको मैंने कुरान से मंसूब किया है। ਬਹੁਤ ਆਲਾ ਹੈ। ਮਤਲਬ ਇੱਥੇ ਤਾਂ ਗਲਤੀ ਲੱਗ ਗਈ ਨਾ ਉਹਨਾਂ ਨੂੰ। ਉਹਨਾਂ ਨੇ ਇੱਕ ਬੰਦਾ ਆਪ ਕਹਿ ਰਿਹਾ ਕਿ ਸਿਰਫ ਉਹ ਮੇਰੇ ਇਲਹਾਮ ਜਿਨ੍ਹਾਂ ਨੂੰ ਮੈਂ ਕੁਰਾਨ ਨਾਲ ਮਨਸੂਬ ਕੀਤਾ ਉਹਨਾਂ ਦੀ ਤਸਦੀਕ ਕਰਨਾ, ਬਾਕੀਆਂ ਦੇ ਵਿੱਚ ਕੋਈ ਉਹ ਗਲਤੀ ਲੱਗ ਸਕਦੀ ਹੈ। ਕਹਿਣ ਦਾ ਮਤਲਬ ਇਹ ਹੀ ਹੈ ਨਾ ਫਿਰ ਲੱਗ ਬਾਕੀ ਗਈ ਬਾਕੀ ਮਨਸੂਬ ਕੀਤਾ ਇਸ ਇਲਹਾਮ ਨੂੰ कुरान में किताबा मंसूब चौला किया ने उन्होंने। ना लिया है इस इल्हाम को कुरान से मंसूब किया उन्होंने कि मुझे इलाही इल्हाम है कि हजरत ईसा बिन बाप थे, मुझे अल्लाह ताला ने बताया फलाने इल्हाम के जरिए। तो फतवा दिया है, वो फतवा कहा जाएगा जो दायरा इस्लाम से खारिज किया उनको। जब उस वो इल्हाम है ही नहीं उसकी, वो उनके मुतालिक बात कर रहे हैं कि जो उन्होंने मंसूब किए हुए हैं उनको वो कहते हैं कि उनकी ਯਾਰ ਫਿਰ ਗਲਤੀ ਮੰਨਣੀ ਪਏਗੀ ਨਾ। ਸ਼ੇਖ ਸਾਹਿਬ ਦੋ ਹੀ ਰਸਤੇ ਨੇ, ਜਾਂ ਉਹਨਾਂ ਦੀ ਗਲਤੀ ਮੰਨ ਲਓ ਜਾਂ ਉਹਨਾਂ ਦੀ ਗੱਲ ਦਰੁਸਤ ਮੰਨ ਕੇ ਤੇ ਆਪਣੇ ਆਪ ਨੂੰ ਕਾਫਰ ਕਹਿ ਲਓ। ਕਿਹੜਾ ਰਸਤਾ? ਤਾਰਿਕ ਚੌਹਾਨ ਸਾਹਿਬ ਨੂੰ ਪੁੱਛੋ ਕਿ ਖਲੀਫਾ ਨੂਰੁੱਦੀਨ ਸਾਹਿਬ ਵੀ ਇਸ ਚੀਜ਼ ਦੇ ਕਾਇਲ ਨਹੀਂ ਸੀ। ਉਹਨਾਂ ਨੂੰ ਮੌਲਾਨਾ ਮੁਹੰਮਦ ਅਲੀ ਸਾਹਿਬ ਨੂੰ ਕਿਹਾ, ਹਜ਼ਰਤ ਸਾਹਿਬ ਦੇ ਫੌਤ ਹੋਣ ਤੋਂ ਬਾਅਦ ਤਫਸੀਰ ਮੁਕੰਮਲ ਹੋ ਰਹੀ ਸੀ, ਉਹਨਾਂ ਨੇ ਕਿਹਾ ਜਦੋਂ ਉੱਥੇ ਪਹੁੰਚੇਗਾ ਨਾ ਹਜ਼ਰਤ ਈਸਾ ਨੂੰ ਬਿਨ ਬਾਪ ਨਹੀਂ ਕਹਿਣਾ, ਬਾਪ ਕਹਿਣਾ। ਨਹੀਂ ਤੇ ਨਾ ਹੁਣ ਸਾਰੇ ਇਸੇ ਤਕੜੀ ਤੇ ਤੁਲ ਜਾਣਗੇ। ਤੁਸੀਂ ਦੱਸੋ ਨਾ ਉਹਨਾਂ ਨੂੰ ਗਲਤੀ ਲੱਗੀ ਹੈ ਜਾਂ ਨਹੀਂ। ਬਸ ਮੈਂ ਤੇ ਗੱਲ ਕਲੀਅਰ ਕਰ ਦਿੱਤੀ।
ਉਹਨਾਂ ਨੂੰ ਗਲਤੀ ਲੱਗੀ ਹੈ। ਮੈਂ ਤੇ ਗੱਲ ਜਿਹੜੀ ਕੀਤੀ ਹੈ ਕਲੀਅਰ, ਤੁਸੀਂ ਆਪਣੇ ਅਲਫਾਜ਼ ਮੇਰੇ ਮੂੰਹ 'ਚ ਨਾ ਪਾਓ। ਤੁਸੀਂ ਆਪਣੇ ਅਲਫਾਜ਼ ਨਾਲ ਕਹਿ ਦਿਓ ਕਿ ਉਹਨਾਂ ਨੂੰ ਦਿੱਤਾ, ਉਹਨਾਂ ਨੇ ਕਹਿ ਦਿੱਤਾ ਕਿ ਜਿਹੜਾ ਜਿਹਨੂੰ ਮੈਂ ਕੁਰਾਨ ਦੇ ਨਾਲ ਮਨਸੂਬ ਕੀਤਾ ਹੈ, ਉਸ ਮੇਰੇ ਇਲਹਾਮ ਦੀ ਕੋਈ ਹੈਸੀਅਤ ਜਾਂ ਉਹ ਗਲਤ ਨਹੀਂ ਹੈ। ਜਿਹਨੂੰ ਨਹੀਂ ਕੀਤਾ ਉਹ ਕੁਝ ਵੀ ਹੋ ਸਕਦਾ ਹੈ, ਤੇ ਬਸ ਕੁਝ ਵੀ ਹੋ ਗਿਆ ਮੰਨ ਲਓ। ਉਹ ਆਮ ਮੁਸਲਮਾਨਾਂ ਦਾ ਕਿਦਾਂ ਸੀ, ਉਹਨਾਂ ਦਾ ਪਦਾਇਸ਼ੀ ਕਿਦਾਂ ਸੀ, ਉਹਨਾਂ ਦਾ एक मिनट आमिर नज़ीर साहब, एक मिनट मुझे एक बात बताएं। फिर यहाँ ये भी तस्लीम कर लेते हैं कि मिर्जा साहब जिस वक्त तक हयात मसीह के कायल थे वो गलत अकीदा पे, उनका फासिक अकीदा था, वो झूठा अकीदा था उनका, बाद में ये कहेंगे आप वो भी तो उनको एक सुने ना, उनको एक वक्त में आके पता चल गया कि वो गलत अकीदे पर कायम है। उन्होंने ये लिखा कि मैं गलत था, रुजू कर लिया था, गलत अकीदे पे ये नहीं कहा कि मैं गलत था, वो मेरी गलती थी। उनको समझ आ गई, अल्लाह ताला ने बारिश की तरह वही नाज़िल की, उन्होंने उसको चेंज कर लिया। लेकिन किसी किताब में लिखा है पहले मैं गलत था, अब मैं दुरुस्त हो गया हूँ, मैंने अपनी दुरुस्तगी कर ली है। तो इस पर इसी तरह मैंने तो पहले भी एक दफ़ा कहा था कि अगर शायद हज़रत साहब को और टाइम मिल जाता, कोई 10-20 साल और मिल जाते ज़िंदगी के, तो शायद वो ये भी बता देते कि नहीं जी ये भी मुझे अल्लाह ताला ने वही नाज़िल कर दिया है कि वो बिन बाप नहीं थे, बाप गल मुक जाती बस। लेकिन अल्लाह ताला ने जिन्नी गल दसनी सी उन्नी दस दी, उस तो बाद नहीं दसी ते नहीं दसी। ਇਹਦਾ ਮਤਲਬ ਨਹੀਂ ਕਿ ਨਹੀਂ ਦੱਸੀ ਤੇ ਇਹਦਾ ਮਤਲਬ ਉਹ ਸੱਚੀ ਸੀ ਜਿਹੜੀ ਨਹੀਂ ਦੱਸੀ ਗਈ। ਮਤਲਬ ਉਹ ਗਲਤੀ ਹੋ ਸਕਦਾ ਕਰੀ ਜਾਓਗੇ ਜਿਹੜੀ ਗੱਲ ਤੁਹਾਨੂੰ ਕਿਹਾ ਮੌਲਾਨਾ ਸਾਹਿਬ, ਅਲਾਮਾ ਸਾਹਿਬ ਤੁਹਾਨੂੰ ਕਿੰਨੀ ਵਾਰੀ ਕਿਹਾ ਕੁਰਾਨ ਚੋਂ ਸਾਬਤ ਕਰੀਏ ਹਜ਼ਰਤ ਈਸਾ ਦਾ ਪਿਓ ਤੇ ਦਾਦਾ ਵੀ ਨਾਲ। ਉਹ ਤੁਸੀਂ ਕੁਰਾਨ ਚ ਸਾਬਤ ਕਰਦੇ ਆ ਜੇ, ਪਹਿਲਾਂ ਮਿਰਜ਼ਾ ਸਾਹਿਬ ਦੀ ਤੇ ਆਖ ਦਿਓ ਨਾ ਗਲਤੀ ਹੈ ਉਹਨਾਂ ਦੀ। अच्छा मेरी गल सुनो, अगर एक चीज मिर्जा साहब की कुरान ना टकराए, कुरान तो साबित करना है कि मिर्जा साहब ने झूठी कसम खा दी थी, नहीं अगर कुरान का सबसे ज्यादा इल्म दिया गया। मेरी बात सुनिए, अगर चीज देखो जी, अगर आमिर नज़ीर साहब मुझे एक बात बताएं, अगर आर्गूमेंट के लिए मैं पूछ रहा हूँ, नाउज़ बिल्लाह अगर नबी करीम सल्लल्लाहु अलैहि वसल्लम की कोई बात कुरान से टकराती हो, इसके अपोजिट हो, आप क्या कहेंगे कि नहीं माननी पड़ेगी क्योंकि नबी की बात है, आप उसको रद्द ही कर देंगे ना? तो मैं एक मिसाल दे रहा हूँ, अगर टकराती हो, मिसाल झूठी मिसाल है, झूठी मिसाल नहीं है, वो तो नामुमकिन है। कई हदीसें जो उसको मुमकिन कर, मेरी बात सुने, कई हदीसें हदीस हो टकराती हैं सकती ना, है ऐसी जो नबी वो तो है ही नहीं, नबी पाक की हदीस है तो वो तो क्या नबी चीज़, पाक कौन की सी हदीस है ही नहीं ना, नबी पाक ने तो इस तरह की बात की नहीं ना कुरान के खिलाफ। अच्छा मुझे एक बात जो बताएं, आप हदीस क्या कुरान के खिलाफ आप आमिर, कह रहे हैं वो नबी पाक की तो हो सकती। अच्छा फिर ये मुझे बताएं कि वो जो आप लोग कहते हो कि हदीस में नबी करीम सल्लल्लाहु अलैहि वसल्लम ने अल्लाह की कसम खा के कहा कि भी हजरत ईसा तुम में आएंगे, ये जो कसम खाई है और उसके ऊपर आप मोहर लगाते हो कि जब नबी ने एक बात के ऊपर अल्लाह की कसम खा ली तो उस बात में क्या शक रह गया? अब आप मुझे वो हदीस जिसमें अल्लाह ने नबी ने अल्लाह की कसम खाई है वो उसको मुझे कुरान से जोड़ के दिखा दें मुझे कि ये देखो जब कुरान में लिखा हुआ, मेरा कहने का मतलब ये है कि वो एक हदीस है ना जिसमें आप कहते हैं कि नबी करीम सल्लल्लाहु अलैहि वसल्लम ने कसम खा के कहा कि हजरत ईसा का नज़ूल होगा, तुम लोग आएंगे हजरत ईसा। जब बात नबी ने कसम खा ली है, शेख साहब का पॉइंट है, उस जब अल्लाह ताला ने उस कसम खाई है नबी ने, तो वो बात तो झूठी हो ही नहीं सकती जिसके ऊपर नबी कसम खा के कह रहा है। तो अब आपने वो कसम वाली हदीस मुझे कुरान से साबित करके दिखानी है कि ये देखो कुरान से भी साबित हो रही है कि भी हजरत ईसा आएंगे। टकरा गई ना वो कसम वाली हदीस भी, टकरा गई बिल्कुल। कुरान सारा इस बात पर शाहिद है कि ईसा अलैहिस्सलाम दोबारा आएंगे, कहीं नहीं है। मुझे दिखा दें एक आयत दिखाएं कि हजरत ईसा आएंगे, मैं अल्लाह की कसम यहाँ पे गवाही दे रहा हूँ। ये तो मुझे आप इस तरह दिखाना कि हजरत ईसा आएंगे तुम में, मैं हाँ, अभी यहाँ पे आपके हाथ पे ओ भाई आपकी ओ फीस शेख साहब, ओ हफीज आपकी और मिर्जा साहब की जो शर्तें हैं ना वो पूरी नहीं हो सकती भाई। नहीं क्यों? ये इन लफ्जों के साथ हो, मिर्जा साहब ने कहा अच्छा, ये मेरा दावा है, आप इन लफ्जों के साथ ना दिखाएं, आप इन लफ्जों के साथ ना दिखाएं, ये कुरान में दिखा दें कि हजरत ईसा का तुम में नजूल होगा, ये दिखा दें। चलें भाई ईसा का नजूल दिखा दें, और जुमला मुख्तसर कर देता हूँ, और मुख्तसर कर देता हूँ, हजरत ईसा का नजूल दिखा दें। हाँ सुनो अमर भाई बड़ा सीधा सा जवाब है, उसी आयत के तहत ईसा अलैहिस्सलाम आएंगे जिस आयत के तहत कुरान की मिर्जा साहब मसीह मौद हुए हैं। नहीं पहली बात ये है कुरान ने
قرآن کی جس آیت پر مرزا صاحب نے مسیح موعود ہونے کا دعویٰ کیا نا، اپنا قائم کیا ہے قرآن کی جس آیت پر، اسی آیت کے تحت عیسیٰ علیہ السلام آئیں گے. انہوں نے اس سے یہ مرزا ثابت کیا صاحب کا کہ دعویٰ یہ ہے، مرزا صاحب کا دعویٰ یہ ہے کہ میرا جو دعویٰ ہے نا مسیح موعود ہونے کا، اس کی بنیاد حدیثوں پر نہیں ہے، قرآن پر ہے اور اس الہام پر ہے جو میرے پر نازل ہوتا. پتہ ہے آپ کو؟ تو قرآن میں ہے نا وَإِن مِّنْ أَهْلِ الْكِتَابِ إِلَّا لَيُؤْمِنَنَّ بِهِ قَبْلَ موته. عامر وہ عیسیٰ علیہ السلام کے بارے یہ مثال انہوں نے یہاں پہ رکھ دی ہے، میں تو ان سے یہ بات یہ ہے کہ جس وجہ سے انہوں نے یہ مثال دی ہے، جس جو آرگومنٹ پہلے چل رہی ہے، اس کا مطلب ہے یہ کہنا چاہ رہے ہیں کہ مرزا صاحب نے یہ بات صاحب یہ تو مرزا صاحب نے جب یہ کہا ہے قرآن کا سب سے زیادہ علم مجھے دیا گیا. سارے بولو ایک وقت، سمجھ صحیح آ رہی، سارے بولو سمجھ آ رہی. اے جڑی تسی آیت پیش کی تھی نا، اے سے مرزا صاحب نے لکھی ہے یہ حضرت محمد صلی اللہ علیہ وسلم تے ایمان لے آن گیا اہل کتاب جڑے سچے اہل کتاب وہ اپنے مرن تو پہلے حضرت محمد صلی اللہ علیہ وسلم تے کی ایمان لکھے مرزا صاحب نے، کی لکھے کہ جڑے سچے اہل کتاب نے نا وہ اپنے مرن تو پہلے حضرت محمد صلی اللہ علیہ وسلم تے ایمان لے آن. اے دا مطلب ہے صاحب. جی مرزا صاحب کا مطلب تلاش جو چوہان صاحب وہ اہل کتاب ہے کون نے؟ اہل کتاب کون نے؟ چوہان صاحب وہ یہودی اور عیسائی. ہاں تو بس مسلمان گئے مسلمان کی اردو سے صحیح جان گے. یہ بات ہے اس گل نہ کہ مسیح علیہ السلام کی خبر قرآن وچ موجود ہے یا مرزا صاحب کا دعویٰ جھوٹا، قرآن تو باطل ہے، قرآن تو مخالف پہلے ہی ہے. حضرت محمد صلی اللہ علیہ وسلم کو مانتے ہیں نا، یہودیوں اور عیسائیوں کا متعلق ہے. اور نہیں ہے جڑا مرزا صاحب نے جڑا کہہ دیتا ہے قرآن پاک دا جڑا فہم پیش کیتا ہے کہ حضرت عیسیٰ علیہ السلام زندہ اپنا بغیر باپ تو نے، تو نفیس شیخ صاحب مرزا صاحب نے اے بغیر قرآن تو مرزا صاحب کہتے ہیں قرآن دا جو فہم مینوں دتا گیا کسی نے بھی نہیں دتا گیا. مرزا صاحب نے کہاں کہا کہ میں نے قرآن سے یہ فہم لیا؟ پتہ لگا اور مرزا صاحب نے کہاں کہا کہ میں نے قرآن سے یہ فہم لیا فلانی آیت سے؟ نہیں تو قرآن مرزا سے لیا، صاحب قرآن سے. میں بتاتا ہوں کہاں، میں بتاتا ہوں کھولو تفسیر مرزا صاحب دی، میں دسنا، کھولو سورہ آل عمران دی